हाँ जी, ग्रुप 16 चल रहा सी हाइड्राइड्स कल आप शुरू किए सी। करन तो पहला एक अद्धा क्वेश्चन है वो करो जरा। एक क्वेश्चन ही है, लिखी बेटा। फॉस्फोरिक एसिड ऑन हीटिंग, नोट्स च नहीं है क्वेश्चन, लिख लियो। गिव्स द फॉलोइंग। ਕੀ ਹੁੰਦਾ ਫਾਸਫੋਰਿਕ ਐਸਿਡ H3PO4। ਕਹਿੰਦੇ ਜਦੋਂ ਹੀਟ ਕਰੀਏ ਤਾਂ ਸਾਡੇ ਕੋਲ ਬਣਿਆ, ਇੱਕ ਮਿੰਟ ਸੌਰੀ ਇਹਨੂੰ ਥੋੜਾ ਚੇਂਜ ਕਰੋ। ਇਟ ਇਜ਼ ਫਾਸਫੋਰਸ, ਫਾਸਫੋਰਸ ਐਸਿਡ। ਫਾਸਫੋਰਸ ਐਸਿਡ ਹੁੰਦਾ H3PO3, ਫਾਸਫੋਰਿਕ ਹੁੰਦਾ H3PO4। ਕਹਿੰਦਾ ਫਾਸਫੋਰਸ ਨੂੰ ਜੇ ਹੀਟ ਕਰਦੇ ਆ ਤਾਂ ਕੀ ਬਣਦਾ, ਦਿੱਤਾ ਹੋਇਆ ਫਾਸਫੋਰਿਕ ਐਸਿਡ ਫਾਰਮ ਹੁੰਦਾ, ਇੱਕ ਨਾਲ ਹੋਰ ਕੰਪਾਊਂਡ ਨਿਕਲਦਾ PH3। PH3 ਆਪਾਂ ਪੜਿਆ ਸੀ, ਇਹਨੂੰ ਫਾਸਫੀਨ ਗੈਸ ਕਹਿੰਦੇ ਆ। ਠੀਕ ਹੈ, ਇਕੁਏਸ਼ਨ ਇਜ਼ ਗਿਵਨ 12 9 ਤੇ 3 12। ਹਾਂ, ਸਮਝ ਆ ਗਈ ਇੰਨੀ ਗੱਲ? ਇਹ ਸਾਨੂੰ ਦਿੱਤਾ ਹੋਇਆ ਤੇ ਅੱਗੇ ਕੁਐਸਚਨ ਪੁੱਛ ਰਿਹਾ ਹੈ the above reaction is an example of, ਕਹਿੰਦਾ ਰਿਐਕਸ਼ਨ ਕਿਹਦੀ ਐਗਜ਼ਾਮਪਲ ਹੈ? ਆਪਸ਼ਨਸ ਹੈਗੀਆਂ, ऑक्सीडेशन रिएक्शन है, दूसरी ऑप्शन है थर्मल डिकम्पोजिशन है, थर्ड ऑप्शन इज disproportionation, fourth option is reduction। we have to mark the correct option। डिस्प्रपोर्शनेट रिएक्शन। हाँ बिल्कुल ठीक है। की होता है डिस्प्रपोर्शनेशन? क्यों ऑक्सीडेशन रिडक्शन इकट्ठे हों? हाँ, दोनों हो रही है। पता लग रहा है ना कि जो उरे ऑक्सीडेशन स्टेट कटोगे कितनी आ रही है फास्फोरस की? x मान लो एक 4 आ रही, सॉरी 5 आ रही है, जो दी -3 आ रही है। ਇੱਥੇ +3 ਹੈ, ਇੱਥੇ +5 ਹੈ, ਇੱਥੇ -3 ਹੈ। यही आया सी। यस +3 तो +5 जाना ऑक्सीडेशन, +3 तो -3 जाना रिडक्शन। नोट कर लिया क्वेश्चन? यस ओके। हाँ जी, अपना ये चल रहा सी पार्ट 3 है। अज मैं तुहानू पार्ट 4 भेजिया। कल तो चला गया सी विचों ही 10 मिनट, पता नहीं 15 मिनट पहले। मैम हाँ जी, हम चला गया सी। क्यों? नेट कनेक्शन जो नहीं आ रहा सी, आवाज कट कट के आई जाती सी। रिकॉर्डिंग सुने थे मैं? नहीं मैम, तुसी लेट बड़ी भेजी सी। हाँ सवेरे भेजी सी। चल कोई नहीं, थोड़ा जा ही कराया सीगा। उरे तक तो ला लिया सी शायद, मैनूं याद नहीं तो कित्थों तक लाया सी। देख ली बेटा रिकॉर्डिंग, ठीक है, मिस नहीं करना। ओके मैम। हाइड्राइड शुरू कराए सी ग्रुप 16 दे, ठीक है। ਹੁਣ देखो ग्रुप 16 ਦੀ ਆਪਾਂ ਵੈਲੈਂਸੀ ਪੜ੍ਹੀ ਸੀ। ਜਨਰਲ ਵੈਲੈਂਸੀ ਇਹਨਾਂ ਦੀ 2 ਹੁੰਦੀ ਹੈ -2। ਜੇ ਆਪਾਂ ਦੇਖੀਏ ग्रुप 16 ਦਾ ਕੀਤਾ ਸੀ ਨਾ, 6 ਵੈਲੈਂਸ ਇਲੈਕਟ੍ਰੋਨ ਹੈ, 2 ਹੋਰ ਲੈਣਗੇ, याद है? यस मैम। ਤਾਂ ਹੁਣ ਜੇ ਹਾਈਡਰਾਈਡ ਬਣਾਏ ਤਾਂ H2E ਬਣਾਏਗਾ, ਜਿਵੇਂ H2O, H2S, H2SC। समझ गया? यस मैम। यस मैम। हाइड्रोजन नाल कंपाउंड बन रहे हैं, इस करके इन्होंने की किया गया हाइड्राइड्स। ठीक है, डिफरेंट डिफरेंट फॉर्मूलास लिखे हैं सारे दे। मैंबर केड़े-केड़े हुंदे हैं बोलो एक बार ग्रुप 16 दे? ऑक्सीजन, सल्फर, सेलेनियम, टेलुरियम, टेलोरियम ते प्लोवियम। हाँ ठीक है। हुन अगे है कि प्रिपेयर किवें करना। प्रिपेयर कहंदा कि या तो डायरेक्ट कॉम्बिनेशन है, जिवें वाटर लई हाइड्रोजन ते ऑक्सीजन दा, बट रूम टैंपरेचर ते नहीं हुंदा है रिएक्शन। ਇਹਦੇ ਲਈ ਹਾਈ ਟੈਂਪਰੇਚਰ ਚਾਹੀਦਾ ਹੁੰਦਾ ਜਾਂ ਇਲੈਕਟ੍ਰਿਕ ਡਿਸਚਾਰਜ ਹੈ। ਠੀਕ ਹੈ, ਦੂਸਰਾ ਕਿਵੇਂ ਕਰ ਸਕਦੇ ਆ? ਬਾਈ ਰਿਐਕਸ਼ਨ ਆਫ ਮੈਟਲ ਸਲਫਾਈਡ। ਅੱਛਾ, ਇਹ ਮੈਂ ਗੱਲ ਦੱਸਿਆ ਸੀਗਾ, ਤੂੰ ਹੈ ਨਹੀਂ ਸੀ। ਸਲਫਾਈਡ ਆਇਨ ਕਿਹੜਾ ਹੁੰਦਾ ਹੈ? SO2 ਹੁੰਦਾ ਹੈ बेटा। SO2 ਤਾਂ ਸਲਫਰ ਡਾਈਆਕਸਾਈਡ ਨੂੰ ਕਹਿੰਦੇ ਆ, ਕੋਈ ਆਇਨ ਤਾਂ ਹੈ ਹੀ ਨਹੀਂ। सल्फाइड हुंदा है। देखो
S-2 ਇਹ ਸਲਫਾਈਡ ਆਇਨ ਹੈ। ਜਿਵੇਂ ਆਕਸਾਈਡ ਆਇਨ ਕੀ ਹੁੰਦਾ ਉਹ -2, ਇਦਾਂ ਹੀ ਸਲਫਾਈਡ ਆਇਨ। ਇੱਕ SO4 2 ਨੈਗੇਟਿਵ ਨੂੰ ਕੀ ਕਹਿੰਦੇ ਨੇ? ਸਲਫੇਟ। ਸਲਫੇਟ। SO3 2 ਨੈਗੇਟਿਵ ਨੂੰ ਕੀ ਕਹਿੰਦੇ ਨੇ? ਸਲਫਾਈਡ। ਹਾਂ, ਇਹ ਹੈ ਸਲਫਾਈਡ। ਹੁਣ ਮੈਟਲ ਦੇ ਸਲਫਾਈਡ ਹੈ, ਜਿਵੇਂ ਆਇਰਨ ਦਾ ਸਲਫਾਈਡ ਲੈਣਾ ਤਾਂ ਫਾਰਮੂਲਾ ਕੀ ਬਣ ਜਾਊਗਾ? FeS, ਕਿਉਂਕਿ ਆਇਰਨ ਦੇ ਵੀ 2 ਸਲਫਰ ਦੇ ਵੀ 2 ਤਾਂ FeS ਬਣ ਗਿਆ। ਠੀਕ ਹੈ, ਏਦਾਂ ਹੀ ਸੈਲੇਨਾਈਡ। ਸੈਲੇਨਾਈਡ ਹੁਣ ਮਤਲਬ ਸਿਲੀਨੀਅਮ ਹੈ। ਆ ਦੇਖੋ ਜਿਵੇਂ ਇੱਕ ਕੀ ਲਿਖਿਆ ਆਪਾਂ ਕਹਿ ਸਕਦੇ ਹਾਂ K2SE, ਪੋਟੈਸ਼ੀਅਮ ਦਾ ਸੈਲੀਨਾਈਡ ਹੈ ਇਹ। ਕਿਉਂ? ਸੈਲੀਨਾਈਡ ਕੀ ਹੋਊਗਾ? Sc-2 Sc-2 ਹੋ ਜਾਊਗਾ। ਹਾਂ, ਹੁਣ K ਦੀ 1 ਹੁੰਦੀ ਹੈ, ਇਸ ਕਰਕੇ 2 K ਨਾਲ ਲੱਗੇ ਨੇ ਇਹਦੇ। ਠੀਕ ਹੈ, ਕਿਹਦੇ ਨਾਲ ਰਿਐਕਟ ਕਰਾਣੇ ਨੇ? ਮੈਟਲ ਦੇ ਸਲਫਾਈਡ ਹੋ ਗਏ ਜਾਂ ਸੈਲੀਨਾਈਡ ਹੋ ਗਏ ਜਾਂ ਟੈਲੂਰਾਈਡ ਹੋ ਗਏ। ਟੈਲੂਰਾਈਡ ਉਹੀ Te-2 ਹੋ ਜਾਊਗਾ, ਘੱਟ ਹੁੰਦੇ ਆ ਮਾਈਨਸ ਚ। ਪੋਲੋਨਾਈਡ ਤਾਂ ਹੁੰਦਾ ਹੀ ਨਹੀਂ, ਆਪਾਂ ਪੜਿਆ ਸੀ ਪੋਲੋਨੀਅਮ ਉਦਾਂ ਵੀ ਰੇਡੀਓ ਐਕਟਿਵ ਹੈ ਤੇ ਉਹਦੀ ਮਾਈਨਸ ਵੈਸੇ ਵੀ ਨਹੀਂ ਹੋ ਸਕਦੀ। ਤੇ ਜੇ ਆਪਾਂ ਇਸੇ ਨਾਲ ਰਿਐਕਟ ਕਰਾਵਾਂਗੇ ਤਾਂ ਦੇਖੋ H2S ਬਣ ਗਿਆ। ਸਮਝ ਗਏ? H2S ਕੀ? ਸਲਫਰ ਦਾ ਹਾਈਡਰਾਈਡ ਹੈ ਨਾ ਬੇਟਾ ਇਹ। ਆਪਾਂ ਹਾਈਡਰਾਈਡ ਪੜ ਰਹੇ ਹਾਂ ਗਰੁੱਪ 16 ਦੇ, ਪਹਿਲਾਂ H2O ਸੀ ਫਿਰ H2S ਹੈ, ਉਹ ਚੀਜ਼ ਹੈ ਬਣਾਣੇ ਸਿੱਖ ਰਹੇ ਹਾਂ। ਏਦਾਂ ਹੀ ਅਗਲਾ ਕਿਹੜਾ ਹੈਗਾ? H2SC। ਉਹ ਕਿੱਦਾਂ ਬਣਦਾ? ਆ ਦੇਖੋ ਇਹਦੇ ਨਾਲ ਰਿਐਕਟ ਹੋਇਆ H2SC ਬਣ ਗਿਆ। ਲੱਗੀ ਗੱਲ ਪਤਾ? ਯੈਸ ਮੈਮ। ਹੁਣ ਸਟਰਕਚਰ, ਇਹ ਵੀ ਕੱਲ ਮੈਂ ਕਰਾਤਾ ਸੀ, ਸਾਰਾ ਰਿਪੀਟ ਹੀ ਕਰਾ ਰਹੀ ਹਾਂ। ਸਟਰਕਚਰ ਯਾਦ ਹੈ? ਫਾਰਮੂਲਾ ਇੱਕ ਆਪਾਂ ਗਰੁੱਪ 15 ਚ ਵੀ ਤੁਹਾਨੂੰ ਸਿਖਾਇਆ ਸੀਗਾ। X is equal to half number of valence electron plus monovalent atom किन्ने हैं? जे एनायन है तो ऐड करना, जे केटायन है तो सबट्रैक्ट करना। जिवें H2E ਦਾ ਸਟਰਕਚਰ ਲੱਭਣਾ। ਸੈਂਟਰਲ ਐਟਮ ਕਿਹੜਾ ਇਹਦੇ ਚ ਜਸ਼ਨ? E ਹੈ ਹਨਾ। ਤਾਂ E ਦੇ ਕੋਲ ਵੈਲੈਂਸ ਇਲੈਕਟ੍ਰੋਨ ਕਿੰਨੇ ਹੋਣਗੇ? ਮੈਮ 6 ਹੋਣਗੇ। 6 ਹੋਣਗੇ। ਕੀ ਹਾਈਡਰੋਜਨ ਦੀ ਵੈਲੈਂਸੀ ਇੱਕ ਹੁੰਦੀ ਹੈ ਕਿ ਜ਼ਿਆਦਾ ਹੁੰਦੀ ਹੈ? ਇੱਕ ਹੁੰਦੀ ਹੈ। ਇੱਕ ਹੁੰਦੀ ਹੈ। ਕਿੰਨੇ ਹਾਈਡਰੋਜਨ ਨੇ? 2 ਮੈਮ। ਤਾਂ ਮੋਨੋਵੈਲੈਂਟ ਐਟਮ 2 ਨਾਲ ਲੱਗੇ, ਅਸੀਂ ਐਡ ਕਰ ਸਕਦੇ ਹਾਂ? ਯੈਸ ਮੈਮ। ਨਾ ਤਾਂ ਇਹ ਕੈਟਾਇਨ ਹੈ ਨਾ ਤਾਂ ਇਹ ਐਨਾਇਨ ਹੈ, ਤਾਂ 4 ਆ ਗਿਆ। ਠੀਕ ਹੈ, ਹੁਣ X ਕੀ ਹੁੰਦਾ ਸੀ ਯਾਦ ਕਰੀਏ? ਟੋਟਲ ਨੰਬਰ ਆਫ ਇਲੈਕਟ੍ਰੋਨ ਪੇਅਰ। ਹੁਣ ਇਹਦੇ ਚ ਬੌਂਡ ਪੇਅਰ ਲੱਭਣੇ ਸਿਖਾਏ ਸੀ ਤੁਹਾਨੂੰ ਮੈਂ। ਸੈਂਟਰਲ ਐਟਮ ਦੇ ਨਾਲ ਜਿੰਨੇ ਐਟਮ ਲੱਗੇ ਆ, ਚਾਹੇ ਮੋਨੋਵੈਲੈਂਟ ਹੈ ਚਾਹੇ ਉਹ ਜਿਹੜੇ ਵੀ ਵੈਲੈਂਸੀ ਦੇ ਨੇ, ਉਹ ਬੌਂਡ ਪੇਅਰ ਚ ਤਾਂ ਗਿਣਨੇ ਨੇ। ਜਿੰਨੇ ਐਟਮ ਹੋਣਗੇ ਨਾਲ ਉਨੇ ਹੀ ਬੌਂਡ ਪੇਅਰ ਹੈ। 2 ਐਟਮ ਹੈ ਤਾਂ 2 ਬੌਂਡ ਪੇਅਰ। ਟੋਟਲ 4 ਸੀ, 4 ਚੋਂ 2 ਬੌਂਡ ਪੇਅਰ ਹੈ, ਇਹਦਾ ਮਤਲਬ ਲੋਨ ਪੇਅਰ ਕਿੰਨੇ ਹੋਏ? 2। ਯੈਸ ਮੈਮ। ਠੀਕ ਹੈ, ਤਾਂ ਇਹਦੀ ਬਣ ਗਈ AB2L2। ਜੇ ਚਾਰੋਂ ਦੇ ਚਾਰੋਂ ਬੌਂਡ ਪੇਅਰ ਹੁੰਦੇ ਫਿਰ ਉਹਦੀ ਸ਼ੇਪ ਜਿਓਮੈਟਰੀ ਕੀ ਬਣਨੀ ਸੀ? ਟੈਟਰਾਹੈਡਰਲ। ਹੁਣ 2 ਬੌਂਡ ਪੇਅਰ ਹੈ 2 ਲੋਨ ਪੇਅਰ ਹੈ ਤਾਂ ਉਹਦੀ ਸ਼ੇਪ ਬਣਦੀ ਹੈ ਬੈਂਟ ਸ਼ੇਪ। ਕਿਹੜੀ ਸ਼ੇਪ ਬਣਦੀ ਹੈ? ਬੈਂਟ ਸ਼ੇਪ। ਬੈਂਟ ਸ਼ੇਪ। ਏਦਾਂ 2 ਲੋਨ ਪੇਅਰ ਹੈ ਤੇ 2 ਬੌਂਡ ਪੇਅਰ। ਠੀਕ ਹੈ, ਆਹੀ ਚੀਜ਼ ਇੱਥੇ ਸਮਝਾਈ ਹੈ। ਆ ਦੱਸਿਓ ਐਂਗੂਲਰ ਸ਼ੇਪ ਜਾਂ ਬੈਂਟ ਸ਼ੇਪ ਕਹਿ ਦਿੰਦੇ। ਅੱਜ ਕੀ ਹੋ ਗਿਆ? ਕਿੱਥੇ ਨੇ ਬਾਕੀ ਲੋਕ? ਬੌਂਡ ਐਂਗਲ ਬਾਰੇ ਗੱਲ ਕਰਨੀ ਹੈ। ਤੁਸੀਂ ਦੇਖ ਰਹੇ ਹੋ ਜਦੋਂ ਅਸੀਂ ਹਾਈਡਰਾਈਡ ਚ ਜਾ ਰਹੇ ਹਾਂ ਡਾਊਨ ਦਾ ਗਰੁੱਪ, ਬੌਂਡ ਐਂਗਲ ਡਿਕਰੀਜ਼ ਹੋ ਰਿਹਾ। ਯੈਸ ਮੈਮ। ਹੈ ਬੌਂਡ ਐਂਗਲ ਹੁੰਦਾ ਕੀ ਹੈ? ਐਂਗਲ ਬਿਟਵੀਨ ਦਾ ਬੌਂਡ ਪੇਅਰਸ। ਹੁਣ ਇਹ ਵਾਲਾ ਜਿਹੜਾ ਐਂਗਲ ਹੋਊਗਾ HEH, ਇਹ ਜਿੰਨਾ ਵੀ ਇਹ ਐਂਗਲ ਹੈ ਇਹਨੂੰ ਅਸੀਂ ਬੌਂਡ ਐਂਗਲ ਕਹਿੰਦੇ ਹਾਂ। ਪਹਿਲਾ ਹਾਈਡਰਾਈਡ ਸਾਡਾ ਵਾਟਰ ਹੈ, ਵਾਟਰ ਦੇ ਵਿੱਚ ਬੌਂਡ ਐਂਗਲ 104.5 ਡਿਗਰੀ ਦੇ ਨੇੜੇ ਤੇੜੇ ਹੁੰਦਾ। ਫਿਰ ਆ ਗਿਆ ਤੁਹਾਡਾ H2S, ਇਹਦੇ ਵਿੱਚ ਘਟ ਜਾਂਦਾ, ਯਾਦ ਨਹੀਂ ਕਰਨਾ ਬਸ ਜਿੰਨਾ ਵੀ ਉਹਦੀ ਵੈਲਿਊ 92 ਪੁੱਛਿਆ ਮੇਰੇ ਖਿਆਲ, ਏਦਾਂ ਘਟੀ ਜਾਏਗਾ। ਤਾਂ ਉਹਨੇ ਰੀਜ਼ਨ ਪੁੱਛਣਾ ਵੀ ਕਿਉਂ ਘਟ ਰਿਹਾ। ਗਰੁੱਪ 15 ਚ ਵੀ ਪੜਿਆ ਸੀ ਆਪਾਂ, ਇਹ ਸੇਮ ਹੀ ਹੈ। ਉਹਦਾ ਰੀਜ਼ਨ ਇੱਕ ਐਗਜ਼ਾਮਪਲ ਲੈ ਕੇ ਕਰਾ ਰਹੀ ਹਾਂ, ਵਾਟਰ ਐਂਡ ਹਾਈਡਰੋਜਨ ਸਲਫਾਈਡ।
आई गल समझ शेप तो दोनों की बेंटी होनी है यस मैम जे दिवाली दिन पटाखे भी हमें चलान लग गए लोग तू कर रखे ऑक्सीजन ते सल्फर चों बेटा इलेक्ट्रोनेगेटिविटी की ज्यादा है ऑक्सीजन की इलेक्ट्रोनेगेटिविटी ज्यादा है इलेक्ट्रोनेगेटिविटी का मतलब की है भी जेड़ा उरे ਅਸੀਂ लाइन बना रहे हैं जेड़ा पेयर है ऑक्सीजन की तरफ ज्यादा खिंचा होगा यस मैम ठीक है इस भी वही सिचुएशन है ਹੁਣ ਇਦਾਂ ਹੀ ਸਲਫਰ ਦੇ ਕੇਸ 'ਚ ਸਲਫਰ ਦੀ ਇਲੈਕਟ੍ਰੋਨੈਗੇਟਿਵਿਟੀ ਘੱਟ ਹੈ ਤਾਂ ਜਿਹੜਾ पेयर है ਉਹ ਕੰਪੈਰੀਟਿਵਲੀ ਥੋੜਾ ਜਿਹਾ ਸਲਫਰ ਤੋਂ ਦੂਰ ਨਹੀਂ ਹੋਊਗਾ ਇਸ ਗੱਲ ਸਮਝ ਆਈਏ हाँ जी मैम ਹੁਣ ਆਕਸੀਜਨ 'ਚ ਕੀ ਹੈ ਇਲੈਕਟ੍ਰੋਨ ਪੇਅਰ ক্লোਜ਼ ਹੈ ਜੇ ক্লোਜ਼ ਨੇ ਜਿਵੇਂ ਇਹ ਸਿਚੁਏਸ਼ਨ ਹੈ ਜੇ ਨੇੜੇ ਆ ਤਾਂ ਰਿਪਲਸ਼ਨ ਜ਼ਿਆਦਾ ਤਾਂ ਖੁੱਲ ਜਾਂਦੀ ਹੈ ਚੀਜ਼ ਖੁੱਲ ਗਈ ਤਾਂ ਬੌਂਡ ਐਂਗਲ ਵੱਧ ਗਿਆ ਹੁਣ ਇਹ ਜੇ ਸਲਫਰ ਹੈ ਤਾਂ ਉਹ ਰਿਪਲਸ਼ਨਾਂ ਥੋੜੇ ਘਟ ਕੇ ਉਹ ਇਦਾਂ ਹੋ ਜਾਂਦਾ ਬੌਂਡ ਐਂਗਲ ਘਟ ਜਾਂਦਾ ਜਿਵੇਂ ਜਿਵੇਂ ਅੱਗੇ ਜਾਓਗੇ इलेक्ट्रोनेगेटिविटी विल डिक्रीज होना रिपल्शन घटी जाएंगी या बॉन्ड एंगल घटी जाएगा समझ गए यस मैम जी गुड इवनिंग पिया गुड इवनिंग मैम लेट हो गए बेटा यस मैम वो पता नहीं चला पहले 6 o'clock वेट हाँ वो ना लाइट गई हुई थी तो फिर नोटिफिकेशन एकदम से दिमाग से चला गया था ओके ओके चलो कोई ना वही कल तो किया ही था जश्न को तो मैं रिवाइज करा रही थी अभी कुछ नया नहीं कराया ठीक है बाकी रिकॉर्डिंग भेजूंगी फिर भी देख लेना ये बेटा यही लिखा हुआ है कि बॉन्ड एंगल डिक्रीजेस डाउन द ग्रुप ठीक है अब अगली प्रॉपर्टीज हैं इसकी हाइड्राइड्स की प्रॉपर्टीज आ जाती होती हैं क्वेश्चंस में ठीक है वो चलने से पहले एक क्वेश्चन लिखो बॉन्ड एंगल क्वेश्चन है ऑब्जेक्टिव का जो भी किया बिल्कुल उसी के साथ लिंक है 1 मिनट में 1 सेकंड में आंसर आ पटियाला में भी चला रहे हैं लोग पटाखे आ रही है आवाज के नहीं पटाखे क्यों पता नहीं यहाँ तो चलाने लगा इतनी आवाज आ रही है गली में दिवाली अभी मना कहाँ रहे पे हैं हो आप मैं बेटा करनाल में हूँ 2 घंटे का रास्ता है सुना है कभी हाँ हाँ मैम पता है करनाल दिल्ली में जाते हैं तो रास्ते में आता है हाँ वैसे तो चंडीगढ़ या दिल्ली शिफ्ट करना है फ्यूचर में थोड़ा भी करनाल में उसको तो बहुत टाइम है अभी आपको आ रही है आवाज पटाखों की या मुझे ही आ रही है तो ही आ रही है लो ये हो गया क्वेश्चन होने दी ऑप्शंस लिख दे की कह रहे हैं वही है जो चीज सानू समझाई है हमने कि बॉन्ड एंगल इन वाटर में ज्यादा है H2S से वो पूछ रहा है ऐसा क्यों है ऑप्शंस ये बेटा क्वेश्चंस नोट्स में नहीं है तो प्लीज नोट कर लो ऐड करते जाना कुछ ऑप्शन रीजन ही ऑप्शंस हैं कहंदा पहली ऑप्शन है ऑक्सीजन इज डायटोमिक एंड सल्फर इज टेट्रा एटॉमिक ठीक है दूसरी ऑप्शन मैं सारियां लिखूंगी फिर आंसर बोलना है difference in electronegativity of sulfur and oxygen तीसरी ऑप्शन difference in oxidation state of sulfur and oxygen चौथी ऑप्शन difference in shapes of हाँ जशन ठीक है difference in shapes of hybrid orbitals of sulfur and oxygen प्रिया आप बताओ बॉन्ड एंगल से डिफरेंस क्यों है इन्हां चारों चों केड़ी ऑप्शन ठीक है
किया बेटा डिस्कस हमने अभी कल भी किया था, प्लेट आयो देखो कल किया था, याद होगा। अभी समझा रही थी मैं जशन को, दोनों की शेप बैंड शेप है, ठीक है। बट ए ये ऑप्शन नहीं बेटा बी है। सल्फर की इलेक्ट्रोनेगेटिविटी घट है जिहदे करके इलेक्ट्रॉन तो दूर होणगे, जे दूर है तो रिपल्शनस घट जाती है तो इदा नेड़े हो जाता है। ऑक्सीजन च इलेक्ट्रोनेगेटिविटी ज्यादा है तो इदा नेड़े नेड़े, इलेक्ट्रॉन रिपल्शन ज्यादा है तो दूर होंदा है। इलेक्ट्रोनेगेटिविटी करके इन्हां दे बॉन्ड एंगल च डिफरेंस है। लगी समझ? की सिखाया सी, जे मैम पूछणगे तो इदा करना, जो समझ आ गया नहीं एवें करना। यस मैम। चलो जी अगलियां प्रॉपर्टीज करते हैं। किहदियां प्रॉपर्टीज कर रहे हैं जशन? आपां पढ़ के रहे हैं, टॉपिक की है हाइड्राइड्स दी मैम हाइड्राइड ऑफ property। ग्रुप 16। हाँ, फिजिकल स्टेट H2O ਤੁਹਾਨੂੰ ਪਤਾ ਹੀ ਹੈ, ਵਾਟਰ ਲਿਕੁਇਡ ਸਟੇਟ ਹੁੰਦਾ ਰੂਮ ਟੈਂਪਰੇਚਰ ਤੇ, ਬਾਕੀ ਸਾਰੇ ਕਹਿੰਦੇ ਗੈਸੀਅਸ ਹੁੰਦੇ ਆ, ਫਾਊਲ ਸਮੈਲਿੰਗ ਪੋਇਜ਼ਨਸ ਗੈਸੀਅਸ ਨੇ। ਕਿਸੇ ਦਾ ਰੀਜ਼ਨ ਵੈਸੇ ਪਤਾ ਹੀ ਹੁੰਦਾ ਕਿ ਰੀਜ਼ਨ H2O ਵਿੱਚ ਹਾਈਡਰੋਜਨ ਬੌਂਡਿੰਗ ਹੋਊਗੀ ਨਾ, ਕਿਹੜੀ ਹਾਈਡਰੋਜਨ ਬੌਂਡਿੰਗ? इंटरमोलिकुलर हाइड्रोजन बॉन्डिंग, जिहदे करके बॉन्ड्स मतलब आपस दे विच अट्रैक्शन ज्यादा हो जाती है, मॉलिक्यूल च तो लिक्विड हुंदा है, बाकियां च हाइड्रोजन बॉन्डिंग नहीं होगी। देयर आर टू कंडीशंस ऑफ हाइड्रोजन बॉन्डिंग, याद ने की सीगियां? एक तां हाइड्रोजन दे नाल वाला जिहड़ा एलीमेंट लग्गिया है जिहड़ा भी है वो हाईली इलेक्ट्रोनेगेटिव होना चाहिए, दूजा ओहदा साइज छोटा होना चाहिए, ठीक है। ये दोनों कंडीशन जो पूरियां होंदियां है तां ही हाइड्रोजन बॉन्डिंग होंदी है, नहीं नहीं होंदी। सो दोनों कंडीशन H2O दे केस च पूरियां होंदियां। हुण अगे मेल्टिंग एंड बॉइलिंग पॉइंट। चलो हुण मैनूं दसो, जदों आपां डाउन द ग्रुप जाने आ, H2O H2S H2SC H2PE, ठीक है, साइज वधदा। जे साइज वधदा है तां किहड़े फोर्सेस साइज डिपेंडेंट हुंदे? वन डर वाल पढ़िया सी ना, वंडरवॉल फोर्सेस साइज डिपेंडेंट ने, तो जिन्ने बड़े मॉलिक्यूल्स होणगे उन्ने मतलब ਇਹਦੇ ਨਾਲ ਇਹਦਾ ਆਪਸ ਦੇ ਵਿੱਚ फोर्सेस मेल्टिंग बॉइलिंग पॉइंट ਦਾ मतलब ਕੀ ਹੈ ਵੀ ਦੋ ਮੋਲੀਕਿਊਲ ਦੇ ਵਿੱਚ ਫੋਰਸ ਕਿੰਨਾ ਹੈਗਾ, ਜਿੰਨਾ ਸਾਈਜ਼ ਵੱਡਾ ਹੋ ਜਾਊ ਫੋਰਸ ਵਧੀ ਜਾਊ ਤਾਂ मेल्टिंग बॉइलिंग पॉइंट ਵੱਧਦਾ डाउन द ग्रुप, ठीक है। एक्सेप्शन H2O, H2O ਦਾ ਜਿੰਨਾ ਹੋਣਾ ਚਾਹੀਦਾ ਸੀ ਸਭ ਤੋਂ ਘੱਟ ਹੋਣਾ ਚਾਹੀਦਾ ਸੀ, ਬਟ ਸਭ ਤੋਂ ਘੱਟ ਨਹੀਂ ਹੈ, ਜ਼ਿਆਦਾ ਹੈ, ਜਿੰਨਾ ਹੋਣਾ ਚਾਹੀਦਾ ਸੀ ਉਹਦੇ ਨਾਲੋਂ ਜ਼ਿਆਦਾ ਹੈ। ਕਿਉਂ ਜ਼ਿਆਦਾ ਹੈ? ਉਹੀ ਡਿਊ ਟੂ ਇੰਟਰਮੋਲੀਕੂਲਰ ਹਾਈਡਰੋਜਨ ਬੌਂਡਿੰਗ। ਇਹਨਾਂ ਦੇ ਵਿੱਚ ਇੱਕ ਵੰਡਰਵਾਲ ਫੋਰਸਿਸ ਦੇ ਨਾਲ ਨਾਲ ਇੱਕ ਨਵੀਂ ਅਟਰੈਕਸ਼ਨ ਵੀ ਹੈਗੀ ਹੈ ਜਿਹਨੂੰ ਇੰਟਰਮੋਲੀਕੂਲਰ H ਬੌਂਡਿੰਗ ਕਹਿੰਦੇ ਆ। ਲੱਗੀ ਗੱਲ ਪਤਾ? ਜਿਹਦੇ ਕਰਕੇ ਉਹਦਾ ਮੈਲਟਿੰਗ ਬॉइलिंग पॉइंट मोर देन एक्सपेक्टेड, मतलब जिन्ना ਅਸੀਂ एक्सपेक्ट ਕਰਦੇ ਹਾਂ ਤੋਂ ਜ਼ਿਆਦਾ। पर हूँ ठीक नहीं हुई हले, ਉਹਦਾ मैसेज आया ਸੀ ਮੈਨੂੰ ਕੱਲ, पता नहीं परसों भी मैं बीमार हाँ। आई सी फिजिक्स की क्लास च? नहीं मैम। की होया ना, एडी की बीमार हो गई? कर दिया मैं जनु कॉल, गल तो हुई होनी। मैं पूछा सी भी ठीक है तो कहंदी हाँ हुण थोड़ा ठीक है, बस इन्नी गल है। देखो ये लिखा है, as we move down the group from H2S to H2T, size increases, so London forces increases. London forces on to our forces, मतलब same ही तुसी लेके चलने। So melting boiling point बढ़ जाते हैं, but H2O has higher melting boiling point than expected due to intermolecular H bond, ठीक है। अगे thermal stability, मैंने दसो thermal stability की होता? वर्ड तो दसो बेटा। ਉਹਦਾ ਬੋਇਲਿੰਗ ਪੁਆਇੰਟ ਘੱਟ ਹੋਏਗਾ नहीं, थर्मल स्टेबिलिटी का मतलब की है भी ਅਸੀਂ ਮੋਲੀਕਿਊਲ ਨੂੰ ਹੀਟ ਕਰ ਰਹੇ ਹਾਂ, ਕੰਪਾਊਂਡ ਨੂੰ, ਤਾਂ ਉਹ ਟੁੱਟ ਰਿਹਾ ਕਿ ਨਹੀਂ, ਹੀਟ ਕਰਨ ਦੇ ਨਾਲ ਟੁੱਟਦਾ ਕਿ ਨਹੀਂ। ਜੇ ਹੀਟ ਕਰਨ ਨਾਲ ਜਲਦੀ ਟੁੱਟ ਜਾਂਦਾ ਹੈ ਤਾਂ ਉਹ ਥਰਮਲੀ ਅਨਸਟੇਬਲ ਹੈ, ਜੇ ਲੇਟ ਟੁੱਟਦਾ ਬ੍ਰੇਕ ਨਹੀਂ ਹੁੰਦਾ ਜਾਂ ਲੇਟ ਬ੍ਰੇਕ ਹੁੰਦਾ ਤਾਂ ਥਰਮਲੀ ਸਟੇਬਲ ਹੈ। ਸਮਝ ਗਏ? ਯੈਸ ਮੈਮ। ਹੁਣ ਬ੍ਰੇਕ ਹੁੰਦਾ ਕਿ ਮਤਲਬ ਹੈ ਜਿਵੇਂ H2E ਹੈ, ਹੁਣ ਇਹਦੇ ਚ ਬੌਂਡ ਤਾਂ ਤੁਹਾਨੂੰ ਪਤਾ ਹੀ ਹੈ ਇਹ बॉन्ड ने, हुण हीट करन नाल जे छेती टूट जांदे हैं तां वीक है, थर्मली अनस्टेबल है। हुण डाउन द ग्रुप साइज वध रहा है तो बॉन्ड लेंथ वधेगी, HO दी घट है, HS दी ज्यादा है, HSC दी होर ज्यादा है, HTE दी होर ज्यादा है,
ਜਿੰਨੀ ਬੌਂਡ ਲੈਂਥ ਵਧੇਗੀ ਬੌਂਡ ਵੀਕ ਹੁੰਦਾ ਜਾਏਗਾ ਤਾਂ ਛੇਤੀ ਟੁੱਟ ਜਾਏਗਾ ਤਾਂ ਡਾਊਨ ਦਾ ਮੈਂ ਗਰੁੱਪ। ਲੇਕਿਨ ਫੋਰਸਿਸ ਤਾਂ ਬਦਲਣਗੀਆਂ, ਵੰਡਰਵਲ ਫੋਰਸਿਸ ਤਾਂ ਬਦਲਣਗੀਆਂ। ਦੇਖੋ ਇੱਥੇ ਹੀ ਕਨਫਿਊਜ਼ਨ ਹੁੰਦੀ ਹੈ ਨਾ। ਵੰਡਰਵਾਲ ਫੋਰਸਿਸ ਬੇਟਾ ਇੱਕ ਮੋਲੀਕਿਊਲ ਦੀ ਇੱਕ H2O ਦੀ ਦੂਸਰੇ H2O ਨਾਲ ਦੇਖ ਰਹੇ ਹਾਂ, ਜਾਂ ਇੱਕ H2S ਪੂਰੇ ਦੀ ਦੂਸਰੇ H2S ਮੋਲੀਕਿਊਲ ਦੇ ਵਿੱਚ ਹੁੰਦੇ ਨੇ। ਇਹ ਜਿਹੜੀ ਮੈਂ ਗੱਲ ਕਰ ਰਹੀ ਹਾਂ ਇੱਕੋ ਹੀ ਮੋਲੀਕਿਊਲ ਦੇ ਬੌਂਡ ਦੀ ਗੱਲ ਕਰ ਰਹੀ ਹਾਂ। ਸਮਝ ਆਇਆ ਫਰਕ? ਜੇ ਤੁਸੀਂ ਹੁਣ ਪਾਣੀ ਨੂੰ ਮਤਲਬ ਮੰਨ ਲਓ ਤੁਹਾਡੇ ਕੋਲ ਯੂਸੇ ਆਈਸ ਦਾ ਇੱਕ ਪੀਸ ਹੈ, ਤੁਸੀਂ ਉਹਨੂੰ ਮੈਲਟ ਕਰਨਾ ਤਾਂ ਕਿਹੜੇ ਫੋਰਸਿਸ ਟੁੱਟਦੇ ਆ ਮੈਨੂੰ ਦੱਸਿਓ ਜਰਾ। ਆਈਸ ਦੇ ਵਿੱਚ ਆ ਮੋਲੀਕਿਊਲਸ ਤਾਂ H2O ਤਾਂ ਹੋਣਗੇ। ਜਦੋਂ ਇਹਨੂੰ ਲਿਕੁਇਡ ਬਣਾਉਣਾ ਹੈ ਕਿ ਇਹ ਫੋਰਸਿਸ ਜਸ਼ਨ ਟੁੱਟਦੇ ਆ, ਇਹ ਵਾਲੇ ਬੌਂਡ ਟੁੱਟਦੇ ਆ ਕਿ H2O ਦੀ ਆਪਸ ਚ ਬੌਂਡਿੰਗ ਵੀਕ ਹੁੰਦੀ? H2 ਹਾਂ ਫਿਰ ਉਹੀ ਗੱਲ ਸਮਝ ਆ ਗਿਆ ਪੁਆਇੰਟ? ਹਾਂਜੀ। ਆ ਦੇਖੋ ਇਹ ਲਿਖਿਆ as we move down the group thermal stability decreases। decrease ਹੋਣ ਦਾ ਮਤਲਬ stability ਘਟਣਾ ਮਤਲਬ ਛੇਤੀ ਟੁੱਟ ਜਾਣਾ। ਕਿਉਂ? ਸਾਈਜ਼ ਵਧ ਰਿਹਾ, ਬੌਂਡ ਲੈਂਥ ਵਧ ਰਿਹਾ, ਬੌਂਡ ਸਟਰੈਂਥ ਘਟ ਰਿਹਾ। ਠੀਕ ਹੈ। ਇਹਦੇ ਰਿਲੇਟਡ ਇੱਕ ਕੁਐਸਚਨ ਸੀਗਾ ਉਹ ਕਰਦੇ ਹਾਂ। ਦੇਖੋ ਇਹਦੇ ਨਾਲ ਆਬਜੈਕਟਿਵ ਕੁਐਸਚਨ ਮੈਂ ਤਾਂ ਹੀ ਜਾਣ ਕੇ ਕਰਾ ਰਹੀ ਹਾਂ, ਤਾਂ ਹੀ ਟਾਈਮ ਲੱਗ ਰਿਹਾ ਤਾਂ ਕਿ ਤੁਹਾਡਾ ਇੰਟਰਸਟ ਬਣਿਆ ਰਹੇ। ਕੱਲ ਵੀ ਦੱਸਿਆ ਸੀ ਟੌਪਿਕ ਥੋੜੇ ਏਦਾਂ ਦੇ ਹੀ ਨੇ, ਨਾਲੇ ਤੁਹਾਡੀ ਪ੍ਰੈਕਟਿਸ ਹੋ ਜਾਊਗੀ। Arrange the following hydrides of group 16 elements in order of increasing stability। मैं पूरा लिख रही हूँ फिर बोलना ध्यान नाल देख के दिमाग ला के। स्टेबिलिटी में थर्मल स्टेबिलिटी की गल कर रहे हैं। पिया टेस्ट की तैयारी शुरू करती? हाँ बेटा लो जी दसो केड़ी ऑप्शन? जशन का ठीक है आंसर। यस डी ऑप्शन ठीक है। आगे ना समझ इंक्रीजिंग ऑर्डर है तो जी सब तो घट है पहले वो लिखा हुआ है, नोट कर ले तुम दोनों ने? यस पिया मैं टेस्ट बारे पूछा सी बेटा, शुरू नहीं की हले, बोले नहीं तुझे कुछ? ਬੋਲਿਆ ਮੈਮ ਕੀਤੀ ਹੈ। की पढ़िया आज? ਮਤਲਬ ਪ੍ਰੈਕਟੀਕਲ ਦੇ ਨਾਲ ਨਾਲ ਕਰ ਰਿਹਾ ਸੀ, ਮਤਲਬ ਕੱਲ ਮੇਰਾ ਕੈਮਿਸਟਰੀ ਦਾ ਫਾਈਨਲ ਪ੍ਰੈਕਟੀਕਲ ਵੀ ਹੈ। अच्छा हले पेपर तो दिसंबर च ने, प्रैक्टिकल है ना बड़ी छेती ले ले। पर पहला ले ले मैम, कल केमिस्ट्री मैं ਦਾ इंटरनल है मैं ਅੱਜ ਪੂਰੀ ਫਾਈਨਲ ਪ੍ਰੈਕਟੀਕਲ ਬਣਾ ਕੇ। की कह रहे हैं जशन? मैं शायद इंटरनल प्रैक्टिकल है। पिया तो कह रही है फाइनल ने। मैं पता नहीं, हम सन तो टीचर्स कह रही थी कि फाइनल वाले बाद ही होंगे, ये इंटरनल है ਜਿਹੜੇ ਉਹਦੇ ਲਈ ਨੇ ਜਿਹੜੇ ਰਿਜ਼ਲਟ ਬਣਨੇ। ਸਾਨੂੰ ਤਾਂ ਫਾਈਨਲ ਹੀ ਕਿਹਾ। की पता कई बार वही भी टीचर डराई जाते होंगे, कुछ नहीं कह सकते। चलो जो भी है तो फिर वाइवा भी वगैरह भी होगा। यस मैम कल है।
ਤੇ ਵਾਈਵੇਜ ਫਿਰ ਪ੍ਰੈਕਟੀਕਲ ਰਿਲੇਟਡ ਤੁਹਾਨੂੰ ਪੁੱਛਦੇ ਕਿ ਦਿੱਤਾ ਕਦੇ +2 ਚ ਹੈ ਕਿ ਕਿਵੇਂ ਕੀਤਾ ਅੱਜ ਤੱਕ ਹੋਇਆ? +1 ਚ ਦਿੱਤਾ ਸੀ ਮੈਮ, ਉਦੋਂ ਤਾਂ ਕੁਝ ਵੀ ਪੁੱਛ ਲਿਆ ਸੀ, ਕੱਲ ਮੈਮ ਨੇ ਦੱਸਿਆ ਹੀ ਨਹੀਂ ਕੁਝ। ਡਿਫਰੈਂਟ ਟੀਚਰ ਤੇ ਡਿਪੈਂਡ ਕਰਦਾ, ਕਈ ਵਾਰ ਤਾਂ ਪ੍ਰੈਕਟੀਕਲ ਰਿਲੇਟਡ ਪੁੱਛਦੇ ਆ, ਕਈ ਵਾਰ ਤੁਹਾਨੂੰ ਇਹ ਕਹਿ ਸਾਨੂੰ ਦਿੰਦੇ ਆ, ਵੀ ਪੁੱਛਦੇ ਨੇ ਪ੍ਰੈਕਟੀਕਲ ਰਿਲੇਟਡ ਹੀ ਪੁੱਛਦੇ ਨੇ। ਕਈ ਵਾਰ ਟੀਚਰ ਇਹ ਵੀ ਕਹਿ ਦਿੰਦੇ ਹੁੰਦੇ ਆ ਵੀ ਕਿਹੜਾ ਚੈਪਟਰ ਆਉਂਦਾ +2 ਦਾ ਉਹ ਦੱਸ ਦੋ, ਉਹਦੇ ਚੋਂ ਕੁਐਸਚਨ ਪੁੱਛ ਲੈਂਦੇ, ਇਹ ਵੀ ਟ੍ਰੈਂਡ ਹੁੰਦਾ। ਜਿਹੜਾ ਚੈਪਟਰ ਜੇ ਇਨ ਕੇਸ ਇਹ ਚੀਜ਼ ਹੋਈ ਤਾਂ ਜਿਹੜਾ ਚੈਪਟਰ ਤੁਹਾਨੂੰ ਵਧੀਆ ਆਉਂਦਾ ਉਹਦਾ ਨਾਮ ਲਈਓ। ਅਗਲੀ ਪ੍ਰੋਪਰਟੀ ਹੈ ਬੇਟਾ ਰਿਡਿਊਸਿੰਗ ਪ੍ਰੋਪਰਟੀ। ਹੁਣ ਦੇਖੋ ਇਹ ਥਰਮੋਸਟੇਬਿਲਿਟੀ ਨਾਲ ਹੀ ਲਿੰਕਡ ਹੈ। ਕਿਵੇਂ? ਰਿਡਿਊਸਿੰਗ ਪ੍ਰੋਪਰਟੀ ਦਾ ਕੀ ਮਤਲਬ ਹੈ? ਹੁਣ ਜਿਹੜੇ ਵੀ ਤੁਹਾਡੇ ਕੋਲ ਹਾਈਡਰਾਈਡਸ ਨੇ ਹਨਾ, ਉਹਨਾਂ ਵਿੱਚ ਇਹ ਵਾਲੇ ਬੌਂਡ ਨੇ, ਜੇ ਬੌਂਡ ਟੁੱਟਦੇ हैं ਤਾਂ ਹਾਈਡਰੋਜਨ ਰਿਲੀਜ਼ ਹੁੰਦੀ ਹੈ। ਅੱਛਾ ਹੁਣ ਮੈਨੂੰ ਦੱਸੋ, ਜੇ ਹਾਈਡਰੋਜਨ ਰਿਲੀਜ਼ ਹੋ ਰਹੀ ਹੈ ਤਾਂ ਉਹਦੀ ਆਪਣੀ ਰਿਡਕਸ਼ਨ ਹੋ ਰਹੀ ਹੈ ਕਿ ਆਕਸੀडेशन? ਜੇ ਕੋਈ ਚੀਜ਼ ਹਾਈਡਰੋਜਨ लूज करती है तो रिडक्शन है क्या ऑक्सीडेशन? रिडक्शन। अच्छा नहीं बेटा, बचपन से उसे पढ़िया नहीं हाइड्रोजन का कांसेप्ट, गेन ऑफ हाइड्रोजन की होता है। मैम मैंने तो कह रहा हूं जे हाइड्रोजन गेन करता है, सॉरी नहीं, गेन ऑफ हाइड्रोजन रिडक्शन है, लॉस ऑफ हाइड्रोजन ऑक्सीडेशन है। और हाइड्रोजन लूज करेंगे ना, H2E ने जे ब्रेक होके टूट गया है बॉन्ड तो उन्हें H बाहर कढ़ देने, H बाहर कढ़ने का मतलब हाइड्रोजन लूज कर देनी। लॉस ऑफ हाइड्रोजन मतलब वो अपनी ऑक्सीडेशन होगी, जो अपनी ऑक्सीडेशन होगी तो वो एक्ट एज रिड्यूसिंग एजेंट करेगा, या मैं कह सकती हाँ ਉਹਦੇ ਕੋਲ रिड्यूसिंग प्रॉपर्टी। क्लियर? यस मैम। ਹੁਣ ਜਦੋਂ ਤੁਸੀਂ ਡਾਊਨ ਦਾ ਗਰੁੱਪ ਜਾ ਰਹੇ ਹੋ, ਤੁਸੀਂ ਹੁਣੇ ਚੰਗੀ ਤਰ੍ਹਾਂ ਸਮਝ ਕੇ ਆਏ ਹੋ ਕਿ ਜਦੋਂ ਵੀ ਅਸੀਂ ਡਾਊਨ ਦਾ ਗਰੁੱਪ ਜਾਂਦੇ ਆ, ਜਿਹੜਾ ਬੌਂਡ ਹੈ, ਕਿਹੜਾ ਬੌਂਡ, ਜਿਵੇਂ HO ਬੌਂਡ, HS ਬੌਂਡ, HSC ਬੌਂਡ, HTE ਬੌਂਡ, ਉਹਦੇ ਟੁੱਟਣ ਦੀ ਟੈਂਡੈਂਸੀ ਵਧੀ ਜਾ ਰਹੀ ਹੈ ਕਿ ਨਹੀਂ? ਬੋਲੋ, ਜਲਦੀ ਬ੍ਰੇਕ ਹੋ ਰਿਹਾ ਨਾ? यस। ਜੇ ਜਲਦੀ ਬ੍ਰੇਕ ਹੋ ਰਿਹਾ ਹੈ ਇਹਦਾ ਮਤਲਬ ਉਹਦੀ ਆਪਣੀ ਆਕਸੀਡੇਸ਼ਨ ਛੇਤੀ ਹੋਰ ਹੋਈ ਜਾਂਦੀ ਹੈ। যদি ਆਪਣੀ ਆਕਸੀਡੇਸ਼ਨ ਹੋਰ ਛੇਤੀ ਹੋਈ ਜਾਂਦੀ ਹੈ, ਇਹਦਾ ਮਤਲਬ ਨੀਚੇ ਨੂੰ ਜਾਂਦੇ ਹੋਏ ਉਹ ਵਧੀਆ ਰਿਡਿਊਸਿੰਗ ਏਜੰਟ ਕੰਮ ਕਰੇਗਾ, ਜਾਂ ਮੈਂ ਕਹਿ ਸਕਦੀ ਹਾਂ ਨੀਚੇ ਨੂੰ ਜਾਂਦੇ ਹੋਏ ਰਿਡਿਊਸਿੰਗ ਪ੍ਰੋਪਰਟੀ ਇਨਕਰੀਜ਼ਸ। ਕੀ ਤੁਹਾਨੂੰ ਇਹ ਗੱਲ ਸਮਝ ਆ ਗਈ? यस। ਇੱਕ ਲਾਈਨ ਤੇ ਕੁਐਸਚਨ ਬਣਨਗੇ, ਤੁਹਾਨੂੰ ਮੈਂ 2 ਕੁਐਸਚਨ ਹੁਣੇ ਕਰਾਏ ਨੇ, ਉਹੀ ਜਿਹੀ ਆਣਗੇ। ਆਲ ਹਾਈਡਰਾਈਡਸ ਐਕਸੈਪਟ H2O। क्यों H2O? ਉਹੀ ਰੀਜ਼ਨ ਹੈ ਬੇਟਾ, ਇਹਦਾ ਬੌਂਡ ਸਭ ਤੋਂ ਸਟਰੋਂਗ ਹੈ ਤਾਂ ਬ੍ਰੇਕ ਨਹੀਂ ਹੁੰਦਾ ਨਾਰਮਲੀ। ਸਾਈਜ਼ ਵੱਧਦਾ, ਬੌਂਡ ਲੈਂਥ ਵੱਧਦੀ ਹੈ, ਕਲੀਵੇਜ ਮਤਲਬ ਬ੍ਰੇਕ ਹੋਣਾ, ਕਲੀਵੇਜ ਆਫ He ਬੌਂਡ ਈਜ਼ੀ ਹੋ ਜਾਂਦਾ ਹੈ, ਰਿਡਿਊਸਿੰਗ ਪ੍ਰੋਪਰਟੀ। ਠੀਕ? यस। ਅੱਗੇ ਹੈ ਐਸਿਡਿਕ ਕਰੈਕਟਰ। ਇਹ ਤਾਂ ਸਭ ਤੋਂ ਜ਼ਿਆਦਾ ਈਜ਼ੀ ਟੌਪਿਕ ਹੈ ਜਿਹੜਾ ਹਾਈਡਰਾਈਡ ਦਾ ਹੁੰਦਾ ਨਾ, ਇਹ ਤੁਹਾਡੇ ਗਰੁੱਪ ਉਹਦੇ ਚ ਵੀ ਪੜਿਆ ਸੀ, ਗਰੁੱਪ 15 ਚ ਵੀ ਬਿਲਕੁਲ ਸੇਮ ਹੀ ਲਿੰਕ ਹੈ। ਦੇਖੋ ਹੁਣ ਐਸਿਡ ਕੌਣ ਹੁੰਦੇ ਨੇ? ਨਾਰਮਲੀ ਤੁਸੀਂ ਜਿਵੇਂ HCl ਨੂੰ ਆਪਾਂ ਐਸਿਡ ਕਹਿੰਦੇ ਆ, ਜਿਹੜੇ ਬ੍ਰੇਕ ਕਰਕੇ H+ ਦਿੰਦੇ ਆ ਐਸਿਡ, ਹਨਾ? ਜਿਵੇਂ H2E ਹੈ, ਜਿਹਨੂੰ ਅਸੀਂ ਬ੍ਰੇਕ ਕਰੀਏ ਤਾਂ ਪਹਿਲੇ ਸਟੈਪ ਚ ਇੱਕ H+ ਮਿਲਿਆ, ਫਿਰ ਦੂਸਰੇ ਸਟੈਪ ਚ ਜੇ ਆ ਵੀ H ਕੱਢਣਾ ਤਾਂ ਇਹ ਕੀ ਬਣ ਗਿਆ E-2। ਇਹਦਾ ਮਤਲਬ ਜਿਹੜੇ ਤੁਹਾਡੇ ਹਾਈਡਰਾਈਡਸ ਹੈ ਉਹ ਰਿਡਿਊਸਿੰਗ ਪ੍ਰੋਪਰਟੀ ਤਾਂ ਦਿਖਾ ਹੀ ਰਹੇ ਨੇ, ਬਟ ਨਾਲ ਦੇ ਨਾਲ ਉਹ ਐਸਿਡਿਕ ਬਿਹੇਵੀਅਰ ਵੀ ਦਿਖਾਉਂਦੇ ਆ ਕਿਉਂਕਿ ਉਹ ਬ੍ਰੇਕ ਹੋ ਕੇ H+ ਆਇਨ ਦੇ ਸਕਦੇ। ਠੀਕ ਹੈ? ਹੁਣ ਨੀਚੇ ਨੂੰ ਜਦੋਂ ਜਾਓਗੇ, ਨੀਚੇ ਨੂੰ ਜਦੋਂ ਵੀ ਮੈਂ ਬੋਲਦੀ ਹਾਂ ਉਹਦਾ ਮਤਲਬ H2O ਤੋਂ ਜੋ H2PE ਨਹੀਂ ਮੈਂ ਲਿਖਦੀ, T ਲਿਖਦੀ ਹਾਂ ਕਿਉਂਕਿ ਪੋਲੋਨੀਅਮ ਜਿਹੜਾ ਰੇਡੀਓਐਕਟਿਵ ਹੋਣ ਕਰਕੇ ਐਗਜ਼ਿਸਟ ਨਹੀਂ ਕਰਦਾ ਹੈ। ਤਾਂ ਬੌਂਡ ਛੇਤੀ ਬ੍ਰੇਕ ਹੋਏਗਾ, ਜਿੰਨੀ ਬੌਂਡ ਛੇਤੀ ਬ੍ਰੇਕ ਹੋਏਗਾ ਕੀ ਉਨੀ ਛੇਤੀ H+ ਲਿਬਰੇਟ ਹੋਏਗਾ ਕਿ ਨਹੀਂ? ਬੋਲੋ। हाँ जी। ਜਿੰਨੀ ਛੇਤੀ H+ ਲਿਬਰੇਟ ਹੋਏਗਾ ਉਨਾ ਜ਼ਿਆਦਾ ਉਹਦਾ ਬਿਹੇਵੀਅਰ ਐਸਿਡਿਕ ਹੋਏਗਾ। ਕਲੀਅਰ? यस। तो यही लिखा हुआ है नोट्स च, देखिए
Down the group acidic behavior increases. This is because the moving down the group size increases, bond length increases, cleavage of AH bond becomes easier. ਇਹ ਤੁਹਾਡੇ 3 ਪਾਰਟ ਮਤਲਬ ਪਾਰਟ 3 ਨੋਟਸ ਖਤਮ ਹੋਏ ਆ। ਹੁਣ ਮੈਂ ਜਿਹੜੇ ਭੇਜੇ ਸੀ ਪਾਰਟ 4 ਸ਼ੇਅਰ ਕਰਦੀ ਹਾਂ ਤੁਹਾਡੇ ਨਾਲ, ਗਰੁੱਪ ਚ ਭੇਜ ਰੱਖੇ। ਇੱਕ ਕੁਐਸਚਨ ਹੈ ਪਹਿਲਾਂ, ਉਹ ਵੀ ਲਿਖ ਲਓ ਜਰਾ। आंसर दसो। कल पढ़ाया सी हाँ जसप्रिया बेटा, आपने बता रहे बताओ। तो स्ट्रक्चर किया था ना सेट का, क्राउन टाइप स्ट्रक्चर था, ऑक्टाटॉमिकली एसेट एग्जिस्ट करता है। बड़ा पी ब्लॉक च बड़ा चैप्टर है, देखो बहुत क्वेश्चन आने खासे, तुसी पेपर भी दिता है, फिर नंबर कट जाने अजे नहीं किया जज की तरह। ठीक है, तो थोड़ा जिहा ध्यान नाल पढ़ो ताकि केमिस्ट्री च इंप्रूवमेंट हो जाए। छड्डना नहीं है, मैनूं पता तैनूं औखी लगदी है, बट ऐदा किवें करेगा फिर, हुण पेपर भी ऑब्जेक्टिव हो गया, छड्ड दिन्ने आ, तो ऐदा नहीं छड्डना। तैनूं इनऑर्गेनिक फिर भी आंदी सी जदों मैं क्वेश्चन पुछदी हां, तू दस दिन्नी है, बट थोड़ी जी मेहनत कर बेटा, ताही होगा। किते केमिस्ट्री करके नंबर घट गए फाइनल्स, फिर की फायदा, परसेंटेज डाउन जाऊगी। औखी लगती है, प्लस वन चो प्रॉब्लम हो रही है, बट हुण देखो मैं एफर्ट करा रही हूँ, तो हुण तक थोड़ा इंप्रूव करो, है ना। दिख रहा तुहानूं ऑक्साइड लिखिया दोनों नूं? यस मैम। अगला टॉपिक है साडा ऑक्साइड पढ़ना। पिछों आवाज आ रही है, शायद ਤੁਹਾਡੇ ਤੋਂ ही आ रही है। यस मैम, काफी आवाज आ रही है। आवाज नहीं आ रही मतलब क्लियर। आवाज नहीं आ रही, उरे तो कोई डिस्टर्बेंस नहीं हैगी। एक मिनट, हाँ गर्म होया पे एक्चुअली ना लैपटॉप का। कुछ बेटर है? चले भी आ रही है? यस मैम। उनका पटाखे जलने भी बंद हो गए, पता नहीं आवाज आ रही। दोबारा करा फिर मीटिंग ऑन। ज्यादा दिक्कत है तो दोबारा कर देनी है बेटा, यही ऑप्शन है। नेट चेक करना एक बार जरा, नेट भी पूरा है। लैपटॉप कोई आवाज कर रहे हैं। हाँ ये च ना फैन की आवाज आ रही होनी, गर्म जा होया पिया मैनूं लगदा। हाँ ये पहला भी दिक्कत जी विच सीगी, वो भी ना शुरू हो गई, फैन जी आवाज आ रही है ये ना। ज्यादा डिस्टर्बेंस है, पढ़ नहीं होना। बोलो ठीक है, हुण ठीक है। यस मैम, ठीक। चलो कोई जो भी होए ना मैंने दस दियो, फिर मैं आना है परसों, मैंने एक बार दिखा भी लूंगी। हाँ जी बेटा, ऑक्साइड्स की हैं, रिएक्टिविटी टुवर्ड्स ऑक्सीजन, ग्रुप 16 ਦੇ ऑक्साइड पढ़ रहे हैं आप। ठीक है, दो तरह के कहते ऑक्साइड एग्जिस्ट करते हैं, एक EO2 एक EO3, डाइऑक्साइड ते ट्राइऑक्साइड। ठीक है, ਹੁਣ ਜੇ ਡਾਈਆਕਸਾਈਡ ਦੇਖੀਏ, ਪਹਿਲਾ ਐਲੀਮੈਂਟ ਕਿਹੜਾ, ਗਰੁੱਪ 16 ਦਾ ਆਕਸੀਜਨ ਹੀ ਹੈ, ਤਾਂ ਨਾਰਮਲੀ O2 ਹੀ ਹੋ ਗਿਆ। ਸਲਫਰ ਦਾ ਡਾਈਆਕਸਾਈਡ, ਸਿਲੀਨੀਅਮ ਦਾ ਡਾਈਆਕਸਾਈਡ, ਟੈਲੂਰੀਅਮ ਦਾ ਡਾਈਆਕਸਾਈਡ, ਇਹ ਡਾਈਆਕਸਾਈਡ ਹੋ ਗਿਆ। ਡਾਈਆਕਸਾਈਡ ਦਾ ਮਤਲਬ ਇੱਕ ਹੀ ਐਲੀਮੈਂਟ ਨਾਲ ਦੋ ਆਕਸੀਜਨ ਐਟਮ ਲੱਗੇ। ਫਿਰ ਟ੍ਰਾਈਆਕਸਾਈਡ, ਓਜ਼ੋਨ, SO3,
ਸੈਲੀਨੀਅਮ ਦਾ ਟ੍ਰਾਈਆਕਸਾਈਡ, ਟੈਲੂਰੀਅਮ ਦਾ ਟ੍ਰਾਈਆਕਸਾਈਡ। ਕੀ ਤੁਹਾਨੂੰ ਇੰਨੀ ਗੱਲ ਸਮਝ ਆ ਗਈ? ਕੋਈ ਰਿਪੀਟ ਕਰ ਦਿਓ ਕਿਵੇਂ ਦੱਸਿਆ। ਜਿਵੇਂ ਆਪਾਂ ਮੈਮ ਹਾਇਆ ਮੇਰਾ ਦੀ ਆਵਾਜ਼ ਕਰ ਉਹ ਆ ਰਹੀ ਹੈ। ਫੇਰ ਆਣ ਲੱਗੀ। ਇਹ ਕੰਮ ਕਰਦੀ ਹੈ, ਨਵੀਂ ਮੀਟਿੰਗ ਸ਼ੁਰੂ ਕਰਕੇ ਦੇਖਦੇ ਹਾਂ। ਯੈਸ ਸਾਰੀਆਂ ਜਾਂ ਵੈਸੇ ਮੈਨੂੰ ਪਤਾ ਨਹੀਂ ਕੋਈ ਬੜੀ ਤਿੱਖੀ ਜਿਹੀ ਆਵਾਜ਼ ਆਉਂਦੀ ਪਈ ਸੀ। ਆ ਰਹੀ ਹੈ ਹੁਣ ਤਾਂ ਨਹੀਂ ਆ ਰਹੀ ਮੈਨੂੰ। ਲੈਪਟਾਪ ਚ ਮੈਨੂੰ ਲੱਗ ਰਹੀ ਕੁਛ ਗਰਮ ਹੋਇਆ ਪਿਆ ਉਹਦੇ ਕਰਕੇ। ਹਾਂਜੀ, ਤਾਂ ਆਪਾਂ ਕੀ ਕਰ ਰਹੇ ਸੀ ਵੀ ਆਕਸਾਈਡਸ ਪੜ੍ਹਨੇ ਆ, ਜਿੱਦਾਂ ਆਪਾਂ ਹਾਈਡਰਾਈਡਸ ਪੜ੍ਹੇ ਸੀ। ਲੈ ਉਹ ਸਮਝਾ ਦੇ। ਗਰੁੱਪ 16 ਦੇ ਆਕਸਾਈਡਸ ਪੜ੍ਹਨੇ ਆ, ਠੀਕ ਹੈ। ਦੋ ਤਰ੍ਹਾਂ ਦੇ ਆਕਸਾਈਡਸ ਹੁੰਦੇ ਨੇ, ਇੱਕ ਹੁੰਦੇ EO2 ਇੱਕ ਹੁੰਦੇ EO3। EO2 ਕੀ ਹੈ? डाइऑक्साइड्स। EO3 की है ट्राइऑक्साइड्स। डाइऑक्साइड देखो O2 SO2 ऑक्सीजन सल्फर सेलेनियम उस तो बाद टेलूरियम। ट्राइऑक्साइड्स की होंगे, पहला एलिमेंट केड़ा ऑक्सीजन, ऑक्सीजन दा ट्राइऑक्साइड O3, फिर SO3 ऑक्सीजन सल्फर सेलेनियम टेलूरियम। हुन समझ आ गई तुहानू कि नहीं आई? यस मैम। पिया यस मैम। ਹੁਣ ਇਹ ਫਾਰਮੂਲਾ ਕਿੱਦਾਂ ਬਣਿਆ? ਤੁਹਾਨੂੰ ਯਾਦ ਹੋਏਗਾ, ਮੈਂ ਤੁਹਾਨੂੰ ਦੱਸਿਆ ਸੀ ਜਿਹੜਾ ਗਰੁੱਪ 16 ਹੈ ਉਹਦੀਆਂ ਜਿਹੜੀਆਂ ਪੋਜ਼ਿਟਿਵ ਆਕਸੀਡੇਸ਼ਨ ਸਟੇਟ ਹੈ 6 ਤੇ 4 ਵਾਲੀਆਂ ਉਹਦੀਆਂ ਮੇਨ ਹੁੰਦੀਆਂ, ਦੋ ਵੀ ਹੁੰਦੀ ਹੈ 6 ਤੇ 4 ਜ਼ਿਆਦਾ ਮਿਲਦੀ ਹੈ। ਤਾਂ ਇੱਥੇ E ਦੀ ਆਕਸੀਡੇਸ਼ਨ ਸਟੇਟ +4 ਹੈ, ਇੱਥੇ E ਦੀ ਆਕਸੀਡੇਸ਼ਨ ਸਟੇਟ +6 ਹੈ। ਇਸ ਕਰਕੇ ਇਹ ਡਾਈਆਕਸਾਈਡ ਤੇ ਟ੍ਰਾਈਆਕਸਾਈਡਸ ਬਣਾ ਰਹੇ ਨੇ। ਲੱਗੀ ਗੱਲ ਪਤਾ? यस मैम। ਆਹੀ ਬੇਟਾ ਇੱਥੇ ਲਿਖਿਆ। ਉਸ ਤੋਂ ਬਾਅਦ ਦੇਖੋ ਪ੍ਰੈਪਰੇਸ਼ਨ ਹੈ, ਪ੍ਰੈਪਰੇਸ਼ਨ ਤਾਂ ਕੁਝ ਖਾਸ ਕਦੇ ਪੁੱਛਦੇ ਨਹੀਂ, ਸਿੰਪਲੀ ਇੱਕ ਰਿਐਕਸ਼ਨ ਹੀ ਹੈਗਾ। एसिड प्लस ऑक्सीजन SO2 बन गया, ठीक है। इदा ही बाकी ਜਿਹੜੇ एलिमेंट्स है व्हेन बर्नड इन एयर डाइऑक्साइड बनाएंगे। बस की लिख रहा है सल्फर किवें एग्जिस्ट करता है? एसिड ਜਦੋਂ ਆਕਸੀਜਨ ਨਾਲ ਰਿਐਕਟ ਕਰੇਗਾ ਤਾਂ ਕੀ ਬਣਾਏਗਾ? ਅਸੀਂ ਕਹਿ ਰਹੇ ਹਾਂ ਜੀ SO2 ਬਣਦਾ। ਪੂਰੇ 8 ਆ ਗਿਆ, ठीक है। ਤੇ ਉਰੇ ਬੈਲੈਂਸ ਕਰਨ ਲਈ 8 लगाना पड़ेगा। लग गया गल पता किवें रिएक्शन होया? यस मैम। इदा ही बाकी बन सकते ऑक्सीजन सल्फर, ऑक्सीजन का O2 ही हुंदा, वो अपने आप च डाइऑक्साइड है, सेलेनियम टेलूरियम, ये सारे इदा बना सकते हैं। नोट्स दिख रहे हैं उन्होंने? हाँ जी मैम। स्ट्रक्चर है SO2 का, ये बहुत इंपॉर्टेंट है, ठीक है। समझाने लगियां +1 ਦੇ ਕਨਸੈਪਟ, ਫਿਰ ਇਹਦੇ ਵਿੱਚ ਯੂਜ਼ ਹੋਣਗੇ ਸਿਗਮਾ ਬੌਂਡ, ਪਾਈ ਬੌਂਡ, ਇਹ ਸਾਰਾ ਕਿਦਾਂ ਸਟਰਕਚਰ ਬਣਿਆ ਇਹ ਦੇਖਣਾ ਆਪਾਂ। SO2 ਦਾ ਜ਼ਮੀਨ ਤਾਂ ਸਲਫਰ ਦੇ ਆਕਸਾਈਡਸ ਹੈ, ਡਾਈ ਤੇ ਟਰਾਈ, ਬਾਕੀ ਮਾੜਾ ਮੋਟਾ ਸੈਲੀਨੀਅਮ ਤੇ ਟੈਲੂਰੀਅਮ ਦੇ ਵੀ ਆਪਣੇ ਸਿਲੇਬਸ ਚ ਹੈਗੇ ਨੇ, ਠੀਕ ਹੈ। ਲਾਈਟ ਚਲੀ ਗਈ। ਤੁਹਾਨੂੰ ਤਾਂ ਦਿਖ ਰਿਹਾ ਹੋਣਾ ਇੱਥੇ ਨੋਟਸ ਤਾਂ? यस मैम। चलो तुसी कंसंट्रेट करियो, मैं समझा देनी है, थोड़ा टाइम रह गया, पढ़ लियो। सल्फर दा जेड़ा डाइऑक्साइड है दा स्ट्रक्चर करना है। स्ट्रक्चर कराने लिए ਤੁਹਾਨੂੰ मैं दस्सिया सी भी x ਕੱਢ ਲੈਣਾ ਹੁੰਦਾ ਪਹਿਲਾਂ। ਫਾर्मूला ਕੀ ਹੁੰਦਾ x ਦਾ? बोलो फटाफट।
ਹਾਫ V plus M plus A minus C. X ਹੁੰਦਾ ਕੀ ਹੈ ਟੋਟਲ ਨੰਬਰ ਆਫ ਇਲੈਕਟ੍ਰੋਨ ਪੇਅਰ ਜਾਂ ਉਹਨੂੰ ਚਾਰਜ ਕਲਾਊਡ ਵੀ ਕਹਿ ਦਿੰਦੇ ਆ ਤੁਸੀਂ ਚਲੋ ਇਲੈਕਟ੍ਰੋਨ ਪੇਅਰ ਯਾਦ ਰੱਖੋ। ਹੁਣ ਸੈਂਟਰਲ ਐਟਮ ਕਿਹੜਾ SO2 ਚ ਸੈਂਟਰਲ ਐਟਮ ਕਿਹੜਾ O2 ਸਲਫਰ ਸਲਫਰ ਕੋਲ ਵੈਲੈਂਸ ਇਲੈਕਟ੍ਰੋਨ ਕਿੰਨੇ ਹੁੰਦੇ ਆ ਪੀਆ ਦੱਸੇਗੀ। ਇਲੈਕਟ੍ਰੋਨ 6 ਵੈਲੈਂਸ ਇਲੈਕਟ੍ਰੋਨ 6 ਬਿਲਕੁਲ ਠੀਕ ਹੈ। ਜਸ਼ਨ ਹੁਣ ਤੁਸੀਂ ਦੱਸੋ ਕੀ ਅਸੀਂ ਮੋਨੋਵੈਲੈਂਟ ਐਟਮ ਵਿੱਚ ਆਕਸੀਜਨ ਐਡ ਕਰਾਂਗੇ? ਨੋ ਹਾਂ ਰੀਜ਼ਨ ਕਿਉਂਕਿ ਆਕਸੀਜਨ ਦੀ ਵੈਲੈਂਸੀ 2 ਹੈ ਆਕਸੀਜਨ ਮੋਨੋਵੈਲੈਂਟ ਨਹੀਂ ਹੁੰਦਾ ਡਾਈਵੈਲੈਂਟ ਹੁੰਦਾ। ਕੀ ਇਹ ਕੈਟਾਇਨ ਹੈ ਕੀ ਇਹ एनायन है नहीं जी आ गया 3 ठीक है x की वैल्यू आ गई 3। इन्नी गल समझ आ गई इत्थों तक? यस मैम। ਹੁਣ बॉन्ड पेयर दसो किन्ने होणगे ਇਹਦੇ ਚ दसो सिखाया होया हुण तक तो आना चाहिए तुहानू इन्नी बार दसिया कि बॉन्ड पेयर बेटा सेंट्रल एटम दे नाल जिन्ने भी एटम ने एक होएगा 2 होणगे एक क्यों होएगा सॉरी मैम ऑक्सीजन वाला देखी जा रहा हूं सॉरी सल्फर ਜਿਹੜਾ ਸੈਂਟਰਲ ਐਟਮ ਪਹਿਲਾਂ ਉਹਦੇ ਦਿਮਾਗ 'ਚ ਬਿਠਾਇਆ ਕਰੋ ਉਹਦੇ ਨਾਲ ਜਿੰਨੇ ਵੀ ਐਟਮ ਨੇ ਚਾਹੇ ਉਹ ਮੋਨੋ ਨੇ ਚਾਹੇ ਉਹ ਡਾਈ ਨੇ ਉਹ ਤੁਸੀਂ ਬੌਂਡ ਪੇਅਰ 'ਚ ਕਿੰਨੇ ਨੇ 2 ਬੌਂਡ ਪੇਅਰ ਹੈ ਤੇ ਲੋਨ ਪੇਅਰ ਕਿੰਨੇ ਹੈ 3 - 2 ਇੱਕ ਲੋਨ ਪੇਅਰ ਹੈ ਸਮਝ ਆ ਗਈ ਇਹ ਗੱਲ यस ਤਾਂ ਅੱਛਾ ਮੈਂ ਉੱਥੇ ਦੱਸਦੀ ਹਾਂ ਜੇ ਦੇਖੋ ਤੁਹਾਨੂੰ ਇਹ ਚੀਜ਼ਾਂ 'ਚ ਕਨਫਿਊਜ਼ਨ ਹੁੰਦੀ ਹੈ ਵੀ ਸੈਂਟਰਲ ਐਟਮ ਨਹੀਂ ਪਤਾ ਲੱਗਦਾ ਤਾਂ ਤੁਸੀਂ ਆਪਣਾ ਨੋਟਸ ਜਿਹੜੇ ਤੁਹਾਡੇ ਹੈਗੇ ਆ ਉਹਦੇ ਵਿੱਚ ਖੁਦ ਲਿਖਿਆ ਕਰੋ ਵੀ ਸੈਂਟਰਲ ਐਟਮ ਦੇਖਣਾ ਪਹਿਲਾਂ ਧਿਆਨ 'ਚ ਰੱਖਣਾ ਕਿਉਂਕਿ ਇਹ ਚੀਜ਼ਾਂ ਤਾਂ ਬਹੁਤ ਅੰਡਰਸਟੂਡ ਮੰਨੀਆਂ ਜਾਂਦੀਆਂ ਇਸ ਕਰਕੇ ਮਤਲਬ ਫਿਰ ਵੀ ਮੈਂ ਬਹੁਤ ਡਿਟੇਲ ਲਿਖੀ ਹੋਈ ਹੈ ਨੋਟਸ 'ਚ ਠੀਕ ਹੈ ਲੋਨ ਪੇਅਰ ਲਿਖਤਾ ਉਰੇ ਦੇਖੋ ਬੌਂਡ ਪੇਅਰ ਨਹੀਂ ਲਿਖੇ ਕਿਉਂਕਿ ਮੰਨਿਆ ਜਾਂਦਾ ਬੱਚੇ ਨੂੰ ਪਤਾ ਹੀ ਹੈ ਤੁਸੀਂ ਬਟੇ ਚੀਜ਼ਾਂ ਨੂੰ ਨਾ ਮੈਂ ਸਮਝਾਉਂਦੀ ਹਾਂ ਤਾਂ ਲਿਖ ਲਿਆ ਕਰੋ ਤੇ ਜੇ 3 ਆ ਰਿਹਾ ਹੈ ਤਾਂ ਹਾਈਬ੍ਰਿਡਾਈਜੇਸ਼ਨ sp2 ਬਣੇਗੀ याद है चीज एक ऐसा 2 Yes, पी है हाइब्रिडाइजेशन याद रखनी है साइड ते क्वेश्चन आ जाता है भी SO2 च केड़ी हाइब्रिडाइजेशन है तो sp2 हाइब्रिडाइजेशन हो रही है ठीक है हुन sp2 दी रेगुलर शेप केड़ी हुंदी है जे 3 दे 3 बॉन्ड पेयर हुंदे नहीं स्क्वायर प्लेनर कित्थों नहीं आंदी बेटा 3 दी देखो शेप ये बनदी है 2 जिवें मेरा हाथ है एक उत्ते एवें बनदी हुंदी सी ना पता नहीं तुहानू दिख नहीं रहा होना ना 3 ਦੀ ਸ਼ੇਪ ਐਵੇਂ ਬਣਦੀ ਹੈ ਟ੍ਰਿਗਨਲ ਪਲੇਨਰ ਬਟ ਇੱਕ ਇੱਥੇ ਲੋਨ ਪੇਅਰ ਹੈ 2 ਬੌਂਡ ਪੇਅਰ ਹੈ ਤਾਂ ਸ਼ੇਪ ਕੀ ਬਣੇਗੀ ਇਹਦੇ ਡਬਲ ਬੌਂਡ ਹੁੰਦੇ ਕਿਵੇਂ ਆਇਓ ਮੈਂ ਸਮਝਾਉਂਗੀ ਇਹ ਸ਼ੇਪ ਨੂੰ ਕੀ ਕਹਿੰਦੇ ਆ ਐਂਗੂਲਰ ਜਾਂ ਬੈਂਟ ਸ਼ੇਪ ਠੀਕ ਹੈ ਜੀ यस मैम ਇਹਦੀ ਕੁਐਸਚਨ ਪੁੱਛਦੇ ਆ ਵੀ ਸ਼ੇਪ ਤੇ ਕਿਹੜੀ ਆ ਬੱਚੇ ਕਨਫਿਊਜ਼ ਹੋ ਜਾਂਦੇ ਆ ਬੱਚੇ ਟ੍ਰਿਗਨਲ ਪਲੇਨਰ ਲਿਖੇ ਆਂਦੇ ਆ ਇੱਕ ਲੋਨ ਪੇਅਰ ਹੈ ਲੋਨ ਪੇਅਰ ਨੂੰ ਸ਼ੇਪ ਚ ਨਹੀਂ ਕਾਊਂਟ ਕਰਦੇ ਐਂਗੂਲਰ ਸ਼ੇਪ ਹੈ ਤੇ ਇਹਦਾ ਰੈਗੂਲਰ ਐਂਗਲ 120 ਡਿਗਰੀ ਹੋਣਾ ਚਾਹੀਦਾ ਬਟ ਇੱਕ ਲੋਨ ਪੇਅਰ ਹੈ ਜਿਹਦੇ ਕਰਕੇ ਥੋੜਾ ਜਿਹਾ ਰਿਪਲ ਕਰੇਗਾ ਤੇ ਐਂਗਲ 120 ਤੋਂ ਘਟ ਕੇ ਥੋੜਾ ਜਿਹਾ ਹੀ ਘਟਦਾ 119.5 ਹੁੰਦਾ SO2 ਦਾ ਠੀਕ ਹੈ ਰਿਪਲਸ਼ਨਸ ਪਤਾ ਹੈ ਨਾ ਬੌਂਡ ਪੇਅਰ ਸਭ ਤੋਂ ਘੱਟ ਹੁੰਦੀਆਂ ਫਿਰ ਬੌਂਡ ਪੇਅਰ ਲੋਨ ਪੇਅਰ याद है कुछ क्या भूल गए सारा याद है हाँ उस तो बाद ਇਹਦਾ ਸਟਰਕਚਰ ਦੀ ਗੱਲ ਹੈ ਕਿ ਇਹਦੇ ਚ ਬੌਂਡ ਕਿੱਦਾਂ ਬਣਦੇ ਆ ਉਹ ਥੋੜਾ ਸਮਝਾ ਦੇ देखो ਹੁਣ ਸੈਂਟਰਲ ਐਟਮ ਸल्फर है ना सल्फर ਦੀ ਕਨਫੀਗਰੇਸ਼ਨ ਦੱਸੋ ਕੀ ਹੈਗੀ ਹੈ फटाफट बोली जा टाइम नहीं लाना 16 ਹੁੰਦੇ ਆ ਨਿਓਨ 3s2 3p4 ਠੀਕ ਹੈ ਹੁਣ ਜਿਹਨੂੰ ਆਪਾਂ ਡਰਾ ਕਰੀਏ ਤਾਂ 3s ਇਹ 3p ਆ ਚੀਜ਼ ਬਣ ਗਈ ਇਹ ਗਰਾਊਂਡ ਸਟੇਟ ਠੀਕ ਹੈ ਹੁਣ ਇਹਦੇ ਚ ਇੱਕ ਐਕਸਾਈਟਡ ਸਟੇਟ ਬਣਦੀ ਹੈ ਕਿਵੇਂ ਬਣਦੀ ਹੈ ਦੇਖਦੇ ਹਾਂ ਇਹ ਜਿਹੜਾ ਪੇਅਰਡ ਇਲੈਕਟ੍ਰੋਨ ਹੈ ਨਾ ਇਹ 3p ਚ ਹੈ ਤੁਸੀਂ ਮੈਨੂੰ ਦੱਸੋ
ਸ਼ੈਲ ਸਲਫਰ ਚ ਜੇ ਤੁਹਾਨੂੰ ਕੋਈ ਪੁੱਛੇ ਕਿ ਵੇਲੈਂਸ ਸ਼ੈਲ ਕਿਹੜੀ ਹੈ ਤਾਂ ਤੁਸੀਂ ਕੀ ਜਵਾਬ ਦਓਗੇ? ਵੇਲੈਂਸ ਸ਼ੈਲ ਕਿਹੜੀ ਹੈ? 3 ਹਾਂ 3 ਹੈ ਵੇਲੈਂਸ ਸ਼ੈਲ। ਜੇ 3 ਹੈ ਤਾਂ 3s ਵੀ ਹੁੰਦਾ, 3pp ਹੁੰਦਾ, 3d ਵੀ ਹੁੰਦਾ। ਉਹ 3d ਵਾਲਾ ਦਿਖਾਉਂਦੇ ਨਹੀਂ ਕਿਉਂਕਿ ਉਹ ਖਾਲੀ ਹੁੰਦਾ, ਬਟ ਜੇ ਇਹਨੇ ਅੱਗੇ ਐਕਸਾਈਟ ਹੋ ਕੇ ਜਾਣਾ ਹੈ ਕੁਆਂਟਮ ਨੰਬਰ ਜੇ ਤੁਸੀਂ ਪੜ੍ਹੇ ਹੋਣਗੇ ਤਾਂ ਤੁਹਾਨੂੰ ਇਹ ਗੱਲ ਪਤਾ ਹੋਊਗੀ ਵੀ ਜੇ n ਦੀ ਵੈਲਿਊ 3 ਹੈ ਤਾਂ l ਦੀਆਂ 0 1 2 ਵੈਲਿਊ ਪੋਸੀਬਲ ਹੁੰਦੀ ਹੈ। 0 ਮਤਲਬ s, 1 ਮਤਲਬ p, 2 ਮਤਲਬ d, ਤਾਂ 3d ਪੋਸੀਬਲ ਹੈਗਾ, ਇੰਨੀ ਗੱਲ ਪੱਕੀ ਹੋ ਗਈ। ਠੀਕ ਹੈ, ਹੁਣ ਜਦੋਂ ਐਕਸਾਈਟਿਡ ਸਟੇਟ ਬਣਦੀ ਹੈ ਤਾਂ ਇੱਕ ਇਲੈਕਟ੍ਰੋਨ ਇੱਥੋਂ ਐਕਸਾਈਟ ਹੋ ਕੇ 3d ਚ ਚਲ ਜਾਂਦਾ। ਕੀ ਇਹ ਗੱਲ ਠੀਕ ਹੈ? ਯੈਸ ਮੈਮ। ਠੀਕ ਹੈ, ਤਾਂ ਇਹਨੂੰ ਐਕਸਾਈਟਿਡ ਸਟੇਟ ਕਹਿੰਦੇ ਆ। ਫਸਟ ਐਕਸਾਈਟਿਡ ਸਟੇਟ ਹੈ, ਇੱਥੇ ਇੰਨੀ ਐਕਸਾਈਟੇਸ਼ਨ ਹੁੰਦੀ ਹੈ ਇਹਦੇ ਚ। ਹੁਣ ਹੋਊਗਾ ਕੀ? ਆ ਸਲਫਰ ਦੀ ਕਹਾਣੀ ਹੈ ਇੰਨੀ। ਠੀਕ ਹੈ, ਹੁਣ ਸਲਫਰ ਵਿੱਚ ਹਾਈਬ੍ਰਿਡਾਈਜੇਸ਼ਨ ਕਿਹੜੀ ਹੋਈ ਹੈ ਤਾਂ ਅਸੀਂ ਪਿੱਛੇ ਪੜ੍ਹ ਕੇ ਆਏ ਆ, sp2 ਹਾਈਬ੍ਰਿਡਾਈਜੇਸ਼ਨ ਹੈ। ਦੇਖੋ ਇੱਕ ਆਰਬਿਟਲ s ਦਾ, 2 ਆਰਬਿਟਲ p ਦੇ, ਇਹ 3 ਆਰਬਿਟਲ ਹਾਈਬ੍ਰਿਡਾਈਜੇਸ਼ਨ ਚ ਇਨਵੋਲਵਡ ਹੈ। ਠੀਕ ਹੈ, ਤੁਸੀਂ ਹਾਈਬ੍ਰਿਡਾਈਜੇਸ਼ਨ ਆਂਦੀ ਹੈ ਮਾੜੀ ਮੋਟੀ ਕਿ ਨਹੀਂ ਆਂਦੀ? ਥੋੜੀ ਬਹੁਤ ਆਉਂਦੀ ਆ ਮੈਮ। sp2 ਦਾ ਮਤਲਬ ਕੀ ਹੈ ਵੀ ਇੱਕ s ਮਿਕਸਿੰਗ ਚ ਗਿਆ ਤੇ 2 p ਮਿਕਸਿੰਗ ਤੇ ਚ 2 ਗਿਆ। p ਦੇ ਜਿੰਨੇ ਮਿਕਸਿੰਗ ਚ ਗਏ ਉਹਨੇ ਆਰਬਿਟਲ ਨਵੇਂ ਬਣਦੇ ਹੁੰਦੇ ਆ। 3 ਆਰਬਿਟਲ ਤੁਹਾਡੇ ਕੋਲ ਨਵੇਂ ਬਣਨਗੇ। ਆਈ ਗੱਲ ਸਮਝ? ਉਹ ਜਿਹੜੇ 3 ਆਰਬਿਟਲ ਨਵੇਂ ਬਣਨਗੇ ਉਹਨਾਂ ਨੂੰ sp2 ਹਾਈਬ੍ਰਿਡ ਆਰਬਿਟਲ ਕਹਿੰਦੇ ਆ। ਕੀ ਕਹਿੰਦੇ ਆ ਉਹਨਾਂ ਨੂੰ? sp2 ਹਾਈਬ੍ਰਿਡ ਆਰਬਿਟਲਸ। ਹੁਣ ਇਹਦੇ ਵਿੱਚੋਂ ਇੱਕ ਦੇਖੋ, ਇੱਕ ਵਿੱਚ ਤਾਂ ਪੂਰਾ ਪੇਅਰ ਹੀ ਬੈਠਾ, ਜਿਹੜਾ ਲੋਨ ਪੇਅਰ ਸੀਗਾ, ਜਿਹੜਾ ਪਿੱਛੇ ਸਟਰਕਚਰ ਪੜ੍ਹ ਕੇ ਆਏ, ਆਹ ਵਾਲਾ ਲੋਨ ਪੇਅਰ ਬੈਠਾ ਇੱਕ ਆਰਬਿਟਲ ਚ। ਠੀਕ ਹੈ, ਤੇ ਬਾਕੀਆਂ ਦੋਨਾਂ ਕੋਲ ਇੱਕ ਇੱਕ ਇਲੈਕਟ੍ਰੋਨ ਹੈ ਇੱਥੇ। ਇੰਨੀ ਗੱਲ ਤਾਂ ਸਮਝ ਆ ਗਈ ਹੋਣੀ। ਜੀ ਹੁਣ SO2 ਹੈ। ਹੁਣ ਆਕਸੀਜਨ ਦਾ ਸਮਾਨ ਦੇਖ ਲੈਣਾ, ਆਕਸੀਜਨ ਕੋਲ ਕੀ ਹੈ? ਆਕਸੀਜਨ ਕੋਲ ਹੈ 1s2 2s2 2p4। ਆਕਸੀਜਨ ਕੋਲ 8 ਇਲੈਕਟ੍ਰੋਨ ਹੁੰਦੇ ਆ। ਹੁਣ 2p ਚ 4 ਹੈ ਨਾ, ਥੋੜਾ ਜਿਹਾ ਖੁੱਲਾ ਬਣਾਵਾਂ ਜੇ ਮੈਂ 2p ਆ ਕਹਾਣੀ। ਠੀਕ, ਤੇ ਆ ਵਾਲਾ ਤਾਂ ਭਰਿਆ ਹੀ ਹੋਇਆ ਆਕਸੀਜਨ ਦਾ, 2s ਵੀ ਭਰਿਆ ਹੋਇਆ ਤੇ 2p ਦਾ ਵੀ। ਆ ਫੀਲਡ ਹੈ, ਇਹ ਵਾਲੇ ਦੋਨੋਂ ਜਿਹੜੇ ਆ ਉਹ ਅਨਪੇਅਰਡ ਲੈ ਕੇ ਬੈਠੇ ਆ, ਮਤਲਬ ਇਹਨਾਂ ਨੂੰ ਪੇਅਰਿੰਗ ਦੀ ਲੋੜ ਹੈ। ਤਾਂ ਹੁਣ ਹੁੰਦਾ ਕੀ ਹੈ, ਜਿਹੜੇ ਆ ਵਾਲੇ ਆ, ਠੀਕ ਹੈ, ਮਤਲਬ ਜਿਹੜੇ ਹਾਈਬ੍ਰਿਡਾਈਜੇਸ਼ਨ ਚ ਇਨਵੋਲਵਡ ਸੀਗੇ। ਹੁਣ ਆਕਸੀਜਨ ਦੇਖੋ, 2 ਆਕਸੀਜਨਸ ਨੇ, ਇੱਕ ਆਕਸੀਜਨ ਕੋਲ ਆ ਕੁਛ ਹੈ, ਦੂਜੀ ਆਕਸੀਜਨ ਕੋਲ ਵੀ ਕੁਛ ਹੋਊਗਾ। ਆਰ ਯੂ ਗੈਟਿੰਗ ਮਾਈ ਪੁਆਇੰਟਸ? 2 ਆਕਸੀਜਨ ਨੇ ਨਾ, SO2 ਹੈ, ਇੱਕ ਆਕਸੀਜਨ ਕੋਲ ਇਹ ਸਮਾਨ ਹੈ, 2 ਅਨਪੇਅਰਡ ਨੇ, ਦੂਜੇ ਕੋਲ ਵੀ ਇਹੀ ਹੈ। ਤਾਂ ਇੱਕ ਆਕਸੀਜਨ ਦਾ ਇੱਕ ਅਨਪੇਅਰਡ ਇਲੈਕਟ੍ਰੋਨ ਸਲਫਰ ਦੇ sp2 ਨਾਲ ਸਿਗਮਾ ਬੌਂਡ ਬਣਾ ਲੈਂਦਾ ਹੈ। ਇਹ ਇੱਕ ਆਕਸੀਜਨ ਦਾ ਇਹ ਵਾਲਾ ਯੂਜ਼ ਹੋਇਆ। ਏਦਾਂ ਹੀ ਦੂਜੀ ਆਕਸੀਜਨ ਦਾ ਵੀ ਇੱਕ ਯੂਜ਼ ਹੋ ਜਾਂਦਾ, ਮਤਲਬ ਇਹ ਵਾਲਾ ਯੂਜ਼ ਹੋ ਗਿਆ ਤੇ ਇਹ ਵਾਲਾ ਯੂਜ਼ ਹੋ ਗਿਆ। ਇੰਨੀ ਗੱਲ ਪਤਾ ਲੱਗੀ ਕਿ ਨਹੀਂ ਲੱਗੀ? ਦੁਬਾਰਾ ਬੋਲਦੀ ਹਾਂ ਇੱਕ ਵਾਰ। ਸਲਫਰ ਨੇ sp2 ਹਾਈਬ੍ਰਿਡਾਈਜੇਸ਼ਨ ਕੀਤੀ, ਇੱਕ s ਦੇ 2p ਮਿਕਸਿੰਗ ਚ ਗਏ, 3 ਨਵੇਂ ਬਣ ਗਏ। ਉਹਨਾਂ ਵਿੱਚੋਂ ਇੱਕ ਲੋਨ ਪੇਅਰ ਹੈਗਾ ਤੇ 2 ਕੋਲ ਇੱਕ ਇੱਕ ਇਲੈਕਟ੍ਰੋਨ। ਹੁਣ ਸਟੇਬਲ ਹੋਣ ਲਈ ਉਹਨਾਂ ਨੇ ਪੇਅਰਿੰਗ ਕਰਨੀ ਹੈ ਤਾਂ 2 ਆਕਸੀਜਨਾਂ ਪਈਆਂ, ਹਰ ਇੱਕ ਆਕਸੀਜਨ ਕੋਲ 2 ਅਨਪੇਅਰਡ ਨੇ, ਉਹਨਾਂ ਨੇ ਵੀ ਪੇਅਰਿੰਗ ਕਰਨੀ ਹੈ। ਇੱਕ ਇੱਕ ਦੋਨਾਂ ਦਾ ਸਿਗਮਾ ਬੌਂਡ ਬਣਾਉਣ ਚ ਯੂਜ਼ ਹੋ ਜਾਂਦਾ। ਸਿਗਮਾ ਬੌਂਡ ਦਾ ਮਤਲਬ ਹੁੰਦਾ ਹੈਡ ਔਨ ਓਵਰਲੈਪ ਹੋ ਗਿਆ। ਠੀਕ ਹੈ, ਏਦਾਂ ਕਰਕੇ ਓਵਰਲੈਪ ਹੋ ਗਿਆ। ਇੰਨੀ ਗੱਲ ਤੁਹਾਨੂੰ ਕਲੀਅਰ ਹੋ ਗਈ ਹੋਣੀ। ਤਾਂ ਇਹ 2 ਸਿਗਮਾ ਬੌਂਡ ਬਣ ਜਾਂਦੇ ਆ। ਬਾਕੀ ਹਲੇ ਹੋਰ ਵੀ ਇਹਦੇ ਚ ਬਹੁਤ ਕੁਝ ਹੈ, ਦੇਖਦੇ ਹਾਂ ਜੀ ਆ ਸਿਚੁਏਸ਼ਨ। ਬਟ ਜੇ ਤੁਸੀਂ SO2 ਦਾ ਸਟਰਕਚਰ ਦੇਖੋ, ਦੋਨੋਂ ਆਕਸੀਜਨਸ ਡਬਲ ਬੌਂਡ ਬਣਾਉਂਦੀਆਂ ਤਾਂ ਜਿਹੜਾ ਦੂਸਰਾ ਬੌਂਡ ਬਣਨਾ ਦੋਨਾਂ ਨਾਲ, ਦੁਬਾਰਾ ਜਿਹੜਾ ਇੱਕ ਤਾਂ ਸਿਗਮਾ ਬਣ ਗਿਆ, ਜਿਹੜਾ ਇਹ ਪਾਈ ਬੌਂਡ ਹੈ ਕਿਵੇਂ ਬਣਦਾ ਹੈ ਆਪਾਂ ਦੇਖਦੇ। ਠੀਕ ਹੈ, ਹੁਣ ਹੁੰਦਾ ਕੀ ਹੈ, ਸਲਫਰ ਦੇ ਆ 2 ਹਲੇ ਬਚੇ ਸੀ ਜਿਹੜੇ ਹਾਈਬ੍ਰਿਡਾਈਜੇਸ਼ਨ ਚ ਨਹੀਂ ਸੀ ਗਏ, ਹਨਾ। ਇੱਕ ਉਹਨਾਂ ਵਿੱਚੋਂ p ਚ ਸੀਗਾ, ਇੱਕ d ਚ ਸੀ। ਇਹਨਾਂ ਨੂੰ ਅਸੀਂ sp2 ਨਹੀਂ ਕਹਿ ਸਕਦੇ ਕਿਉਂਕਿ ਇਹ ਤਾਂ ਹਾਈਬ੍ਰਿਡਾਈਜੇਸ਼ਨ ਚ ਗਏ ਨਹੀਂ। ਇੱਕ p ਵਾਲਾ ਬਚਿਆ ਹੋਇਆ, ਇੱਕ d ਵਾਲਾ ਬਚਿਆ ਹੋਇਆ। ਹੁਣ ਏਦਾਂ ਹੀ ਜਿਹੜੀ ਆਕਸੀਜਨ ਹੈ, ਇੱਕ ਤੁਸੀਂ ਮਤਲਬ ਇਹ ਇੱਕ ਆਕਸੀਜਨ ਐਟਮ ਹੈ, ਇਹ ਦੂਸਰਾ। ਇੱਕ ਆਕਸੀਜਨ ਐਟਮ ਦਾ ਆਹ ਵਾਲਾ ਤਾਂ ਯੂਜ਼ ਹੋ ਗਿਆ, ਇਹ ਵਾਲਾ ਤਾਂ ਬਚਿਆ ਹੋਇਆ ਹਲੇ। ਸਿਮਿਲਰਲੀ ਦੂਸਰੀ ਆਕਸੀਜਨ ਦਾ ਇਹ ਵਾਲਾ ਯੂਜ਼ ਹੋ ਗਿਆ, ਇਹ ਵਾਲਾ ਬਚਿਆ ਹੋਇਆ। ਹੁਣ ਜਿਹੜੀ
ਆਹ ਵਾਲੀ ਆਕਸੀਜਨ ਹੈ ਇਧਰਲੀ ਜਿਹੜੀ ਮੈਂ ਦਿਖਾਈ ਹੈ, ਇਹਦਾ ਜਿਹੜਾ ਬਚਿਆ ਹੋਇਆ ਹੈ ਇਹ ਸਲਫਰ ਦੇ ਇਹ ਵਾਲੇ ਨਾਲ ਪਾਈ ਬੌਂਡ ਬਣਾ ਦਿੰਦਾ। ਪਾਈ ਮਤਲਬ ਏਦਾਂ ਕਰਕੇ ਸਾਈਡਵੇਜ਼ ਓਵਰਲੈਪ ਹੋ ਜਾਏਗਾ। ਤਾਂ ਆਹ ਵਾਲਾ ਜਿਹੜਾ ਬੌਂਡ ਹੈ ਇਹਨੂੰ ਮੈਂ ਜੇ ਮੰਨ ਲਾਂ ਵੀ ਇਹ ਵਾਲਾ ਸਲਫਰ ਦਾ ਆਹ ਵਾਲਾ ਯੂਜ਼ ਹੋਇਆ ਤੇ ਆਕਸੀਜਨ ਦਾ ਇਹ ਵਾਲਾ ਯੂਜ਼ ਹੋਇਆ। ਆਕਸੀਜਨ ਦਾ ਇਹ ਕਿਹੜਾ ਸੀਗਾ? ਆਕਸੀਜਨ ਦਾ ਇਹ 2p ਵਾਲਾ ਸੀ। ਸਲਫਰ ਦਾ ਇਹ ਕਿਹੜਾ ਸੀ ਬੇਟਾ? 3p ਵਾਲਾ ਸੀ। ਇਹਦਾ ਮਤਲਬ ਆਕਸੀਜਨ ਦਾ ਵੀ p ਯੂਜ਼ ਹੋਇਆ, ਸਲਫਰ ਦਾ ਵੀ p ਯੂਜ਼ ਹੋਇਆ, ਤਾਂ ਅਸੀਂ ਇਹਨੂੰ ਕਵਾਂਗੇ p ਪਾਈ ਬੌਂਡ ਬਣਿਆ। ਪਾਈ ਕਿਉਂ ਲਿਖਿਆ? ਕਿਉਂਕਿ ਓਵਰਲੈਪ ਸਾਈਡਵੇਜ਼ ਹੋਊਗਾ। pp ਕਿਉਂ ਲਿਖਿਆ? ਕਿਉਂਕਿ ਦੋਨਾਂ ਦੇ pp ਯੂਜ਼ ਹੋਏ ਨੇ। ਹੁਣ ਆ ਜਾਓ ਇਹਦੇ ਤੇ। ਹੁਣ ਸਲਫਰ ਕੋਲ ਹਲੇ ਇੱਕ ਬਚਿਆ ਬਟ ਉਹ p ਚ ਨਹੀਂ ਸੀਗਾ, ਉਹ d ਚ ਸੀਗਾ। ਠੀਕ ਹੈ। ਆਕਸੀਜਨ ਜਿਹੜੀ ਦੂਸਰੀ ਆਕਸੀਜਨ ਹੈ ਉਹਦਾ ਵੀ ਇੱਕ ਇਲੈਕਟ੍ਰੋਨ ਬਚਿਆ ਬਟ ਉਹ ਤਾਂ p ਚ ਹੀ ਹੈ। ਸਲਫਰ ਦਾ ਅਗਲੇ ਵਾਲਾ d ਵਾਲਾ ਹੈ, ਆਕਸੀਜਨ ਦਾ p ਵਾਲਾ ਹੀ ਹੈ। ਤਾਂ ਇਹ ਵਾਲੇ ਬੌਂਡ ਨੂੰ ਅਸੀਂ ਕੀ ਕਵਾਂਗੇ? p ਪਾਈ d ਪਾਈ ਬੌਂਡ बनेगी। तो साइडवेज ओवरलैपिंग, साइडवेज जे आ गया तो पाई तो लगूगा। किहड़े ऑर्बिटल यूज हो रहे ने? p ते d, इस करके p पाई d पाई। जे दोनों p ने तो p पाई। बट ये फिक्स नहीं हुंदा भी तुसी कहो भी मैम तुहानू किवें पता लग्या भी इधरला p पाई है या इधरला p पाई d पाई है। इंटरचेंज हुंदे रहिंदे, रेजोनेंस हुंदी है ना विच, सेम ने बॉन्ड एक्चुअली। थोड़ा थोड़ा समझ आया कि नहीं आया? जमा कुछ तो आया होना। हाँ जी कितने परसेंट समझ आ गया? सच्ची सच्ची दसो। आ देखो रिया बनया हाँ। आ थोड़ा थोड़ा तो आ हाइब्रिडाइजेशन, गया। आ हाइब्रिडाइजेशन हुई है। आ हाइब्रिडाइजेशन दे सिग्मा बॉन्ड दिखाए हुए हैं। ये p पाई है। ठीक है। आ देखो p पाई d पाई, इधरला भी p पाई d पाई हो सकता है, इधरला p पाई हो सकता है। तो इक्विवेलेंट बॉन्ड ने बेसिकली। इनू पढ़ियो बेटा चंगी तरह ते फिर आपां इनू कल कंटिन्यू करते हैं। ठीक है। नोट्स तुहानू भेजते हैं, प्रिंट आउट कढ़ा लियो ते तैयारी शुरू कर लो प्लीज चंगी तरह। बाकी दे सारे चैप्टर करने ने जिहड़े कराए हुए ने। इह चैप्टर नू बहुत टाइम लगूगा क्योंकि तुसीं तुहाडे कंसैप्ट्स बिल्कुल भी क्लीयर नहीं हैगे। सो प्लीज जिन्ना करानी अपने 2-4 पेज ही खत्म हो बनते रहो, जनो नाल नाल कर लियो। ठीक है। टाइम बहुत पिया, आपां बिल्कुल चंगी तरह किता होया बट पढ़न दी बहुत लोड़ है। तुसीं बहुत वधिया नंबर लओगे केमिस्ट्री च, थोड़ी जी मेहनत करो। ओके बेटा, गुड नाइट।